ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਹਾਜ਼ਰ ਹੈ ਡਾਕਟਰ ਮਨਜੀਤ ਕੌਰ ਤੇ ਅੱਜ ਦਾ ਟੌਪਿਕ ਸਾਡਾ ਹੈਗਾ ਆ ਫੀਮੇਲ ਫੀਟੀਸਾਈਡ। ਇਹ ਹੈਗਾ ਬਹੁਤ ਬੜਾ ਟੌਪਿਕ, ਆਪਣੇ ਪੰਜਾਬ ਹਰਿਆਣਾ ਦੇ ਵਿੱਚ ਬਹੁਤ ਹੁੰਦਾ ਆ ਤੇ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਵੀ ਹੁੰਦਾ ਆ। ਤੇ ਡਾਕਟਰ ਮਨਜੀਤ, ਤੁਸੀਂ ਇਹਦੇ ਵਾਸਤੇ ਥੋੜਾ ਜਿਹਾ ਹੋਰ ਸਾਨੂੰ ਦੱਸ ਸਕਦੇ ਹੋ? ਦੇਖੋ, ਫੀਮੇਲ ਫੀਟੀਸਾਈਡਲ ਇਹਨੂੰ ਕੀ ਕਹਿੰਦੇ? ਪੂਰਨ ਹੱਤਿਆ। ਹਾਂਜੀ, ਕੰਨਿਆ ਪੂਰਨ ਹੱਤਿਆ ਕਰਨੀ ਇੱਕ ਬਹੁਤ ਵੱਡਾ ਪਾਪ ਹੈ। ਕੰਨਿਆ ਦਾਨ ਕਰਨਾ ਇੱਕ ਇੰਨਾ ਵੱਡਾ ਗੁਣ ਹੈ ਔਰ ਇੱਕ ਇੰਨੀ ਵੱਡਾ ਸੇਵਾ ਕਰ ਰਹੇ ਹਾਂ। ਜੇ ਇੱਕ ਬੇਟੀ ਦੀ ਔਰ ਜਾਂ ਬੱਚੇ ਦੀ ਜਾਂ ਲੜਕੇ ਦਾ ਜਨਮ ਹੁੰਦਾ ਬੇਟੇ, ਔਰ ਹਰੇਕ ਬੱਚਾ ਆਪਣੀ ਕਿਸਮਤ ਲੈ ਕੇ ਆਉਂਦਾ, there is no doubt about it। ਪਰ ਜੇ ਆਪਾਂ ਕਹਿ ਦਈਏ ਕਿ ਨਹੀਂ ਵੀ ਅੱਜ ਕੱਲ੍ਹ ਦੀ ਸਕੈਨਿੰਗ ਸਿਸਟਮ ਨਾਲ ਪਤਾ ਲੱਗ ਜਾਂਦਾ ਔਰ ਤੁਸੀਂ ਬੈਕਡੋਰ ਅਬੋਰਸ਼ਨ ਕਰ ਦਿੰਦੇ ਆ, ਇੱਕ ਪਾਪ ਹੈ। ਇਟਸ ਅ ਮਰਡਰ, ਇਟਸ ਅ ਮਰਡਰ ਆਫ ਅ ਬੱਚਾ ਜਿਹਨੂੰ ਹੱਕ ਸੀਗਾ ਔਰ ਜਿਹਨੇ ਕੁਦਰਤ ਨੇ ਉਹਨੂੰ ਇੱਕ ਹੱਕ ਦਿੱਤਾ ਸੀਗਾ ਪੈਦਾ ਹੋਣ ਲਈ ਇੱਕ ਮਾਂ ਦੇ ਕੋਖ ਦੇ ਵਿੱਚ। ਔਰ ਇੱਕ ਮਾਂ ਜਿਹਨੇ 9 ਮਹੀਨੇ ਰੱਖਣਾ ਸੀ, ਉਹ 3 ਮਹੀਨਿਆਂ ਬਾਅਦ ਡਿਸਾਈਡ ਕਰਦੀ ਆ ਜਾਂ ਸੋਚਦੀ ਹੈ ਕਿ ਨਹੀਂ ਲੜਕੀ ਆ ਤੇ ਮੈਨੂੰ ਅਬੋਰਟ ਕਰਦਾ। ਇਸ ਵੇਲੇ ਆਮ ਗਲੈਡ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਹੈ ਔਰ 4 ਸਾਲ ਜਿਹੜਾ ਮੈਂ ਯਾਤਰਾ ਪੰਜਾਬ ਦੇ ਵਿੱਚ ਔਰ ਜਿਹੜੀ ਮੈਂ 3 ਡਿਗਰੀਆਂ ਹਾਜ਼ਰ ਕਰਕੇ ਆਈ ਫਰਮ 2010। ਉਸ ਟਾਈਮ ਮੈਂ ਪਿੰਡਾਂ ਵਿੱਚ ਜਾ ਕੇ ਗੱਲਾਂ ਕਰਕੇ ਆਈ ਹਾਂ ਔਰ ਇਟਸ ਸੋ ਐਂਬੈਰਸਿੰਗ ਕਿ ਇੱਕ ਪਿੰਡ ਦੇ ਵਿੱਚ ਬਹੁਤ ਵੱਡਾ ਬਾਟਾ ਜਿਹਾ ਸੀਗਾ, ਪਲਾਸਟਿਕ ਦੀ ਬਕਟ ਕਾਫੀ ਉੱਚੀ ਸੀਗੀ, ਉਹਦੇ ਵਿੱਚ 100 ਫੀਟਸਿਸ ਲੜਕੀਆਂ ਦੇ ਮਿਲੇ। ਕਿਹਨੇ ਕਿਸ ਵੇਲੇ ਰਾਤ ਦੇ ਟਾਈਮ ਰੱਖੇ ਕਿਸੇ ਨੂੰ ਨਹੀਂ ਪਤਾ ਲੱਗਾ, ਡੰਪ ਕਰਤੇ। ਬਿਕੋਜ਼ ਉਹ ਫਿਰ ਕਿਤੇ ਮਿੱਟੀ ਵਿੱਚ ਪਾ ਨਹੀਂ ਸਕਦੇ ਸੀ, ਖੇਤਾਂ ਵਿੱਚ ਤਾਂ ਵੀ ਲੱਭ ਜਾਣੇ ਸੀ। ਕਿਹੜੀ ਕਲੀਨਿਕ 'ਚੋਂ ਆਈ ਨੇ, ਕਿੱਥੋਂ ਆਈ ਨੇ, ਇਟ ਵਾਜ਼ ਵੈਰੀ ਸੈਡ। ਬਟ ਇੱਕ ਕਹਿ ਲਓ ਕਿ ਕੁਦਰਤ ਦਾ ਨੇਚਰ ਹੈ ਮਨਜਿੰਦਰ ਸਿੰਘ, ਕਿ ਰੱਬ ਨੇ ਬੈਲੈਂਸ ਰੱਖਿਆ ਹੈ ਮੇਲ ਔਰ ਫੀਮੇਲ ਬੈਲੈਂਸ। ਔਰ ਮੈਂ ਤੁਹਾਨੂੰ ਕਹਿ ਰਹੀ ਹਾਂ 10 ਸਾਲਾਂ ਵਿੱਚ 20 ਸਾਲਾਂ ਦੇ ਵਿੱਚ ਇੱਕ ਲੜਕੀ 4 ਲੜਕਿਆਂ ਤੋਂ ਚੁਣਾਈ ਕਰੇਗੀ। ਬਿਕੋਜ਼ ਇੱਕ ਟਾਈਮ ਹੁੰਦਾ ਸੀਗਾ ਲੜਕੇ ਬੜੇ ਰੋਬ ਦੇ ਨਾਲ ਬੈਠੇ ਹੁੰਦੇ ਸੀ ਘਰ ਕੇ ਰਿਸ਼ਤੇ ਸਾਨੂੰ ਆਏਗੇ, ਲੜਕੀ ਵਾਲੇ ਆਏਗੇ ਸਾਡੇ ਕੋਲ। ਅੱਜ ਕੱਲ੍ਹ ਉਹ ਸਮਾਂ ਨਿਕਲ ਗਿਆ, ਅੱਜ ਕੱਲ੍ਹ ਲੜਕੇ ਵਾਲੇ ਵੀ ਜਾ ਕੇ ਰਿਸ਼ਤਾ ਮੰਗਦੇ ਨੇ ਲੜਕੀ ਦਾ। ਔਰ ਉਹ ਸਮਾਂ ਇਸ ਤਰ੍ਹਾਂ ਬਦਲਣਾ ਆ ਜਿਹੜਾ ਅਸੀਂ ਸੋਸ਼ਲ ਬੈਲੈਂਸ ਔਰ ਜਿਹੜਾ ਅਸੀਂ ਕੁਦਰਤ ਦਾ ਐਨਵਾਇਰਨਮੈਂਟਲ ਬੈਲੈਂਸ ਖਰਾਬ ਕਰ ਰਹੇ ਹਾਂ ਕਿ ਜਿੱਥੇ ਲੜਕੀਆਂ ਦੀ ਆਪਾਂ ਇੰਨੀ ਹੱਤਿਆ ਕਰ ਰਹੇ ਨੇ ਐਂਡ ਟਰਾਈਂਗ ਟੂ ਅਬੋਰਟ ਦੈਮ ਔਰ ਕਹਿੰਦੇ ਨੇ ਕਿ ਲੜਕਾ ਹੋਣਾ ਚਾਹੀਦਾ। ਪਰ ਸੋਸ਼ਲ ਫੈਕਟਰਸ ਦੇ ਕਿਤੇ ਵੀ ਦੇਖ ਲਓ, ਕੋਈ ਵੀ ਤੁਸੀਂ ਕੋਈ ਮੂਵੀ ਵੀ ਦੇਖੀ ਹੋਏਗੀ ਕਿ ਲੜਕੀ ਐਟ ਦ ਲਾਸਟ ਸਟੇਜ ਆਫ ਹਰ ਪੇਰੈਂਟਸ, ਇਟਸ ਦ ਗਰਲ ਹੂ ਲੁਕਸ ਆਫਟਰ ਦ ਪੇਰੈਂਟਸ। ਕਿ ਇੱਕ ਲੜਕੀ ਦੇ ਵਿੱਚ ਇੰਨਾ ਪਿਆਰ ਹੁੰਦਾ ਨਾ ਮਾਂ ਬਾਪ ਵਾਸਤੇ, ਐਂਡ ਸ਼ੀ ਵਿਲ ਪੈਰਿਸ਼ ਦੈਮ ਰਾਈਟ ਟੂ ਦੀ ਐਂਡ ਐਂਡ ਮੇਕ ਸ਼ੋਰ ਕਿ ਸਾਡੇ ਮੇਰੇ ਪੇਰੈਂਟਸ ਕੰਫਰਟੇਬਲ ਹੋਣ। ਸੋ ਪਲੀਜ਼ ਇਹ ਜਿਹੜੀ ਫੀਮੇਲ ਫੀਟੀਸਾਈਡਲ ਹੈ, ਇਟ ਇਜ਼ ਅ ਕ੍ਰਾਈਮ, ਇਟ ਇਜ਼ ਬਹੁਤ ਵੱਡਾ ਪਾਪ। ਅਨਲੈਸ ਉਹ ਬੱਚੇ ਦੇ ਵਿੱਚ ਕੋਈ ਮੈਡੀਕਲ ਕੰਡੀਸ਼ਨ ਹੈ ਜਾਂ ਮਸਕੂਲਰ ਡਿਸਟ੍ਰੋਫੀ ਜਾਂ ਕੋਈ ਡਿਸੇਬਿਲਿਟੀ ਹੈ, ਫਿਰ ਤੁਹਾਨੂੰ ਡਾਕਟਰਸ ਕਹਿੰਦੇ ਕਿ ਬੱਚੇ ਨੂੰ ਅਬੋਰਟ ਕਰੋ। ਜੇ ਡਾਕਟਰ ਕਹਿਣ ਫਿਰ then it is okay because there is a medical issue। ਔਰ ਸਾਡੇ ਤਾਂ ਜਿਸ ਤਰ੍ਹਾਂ ਫੈਮਲੀਜ਼ ਔਰ ਇਹ ਪੰਜਾਬੀ ਕਲਚਰ ਵਿੱਚ ਵੈਸੇ ਹੀ ਹੈਗਾ that we have fresh blood, we do not marry between sisters and cousins and ਮਾਸੀਆਂ ਦੇ ਬੱਚੇ, we take fresh blood from a generation or a different ਮਤਲਬ ਪਿੰਡਾਂ ਚੋਂ, so we are not getting relationship blood, ਖਾਨਦਾਨ ਦੇ ਵਿੱਚ ਉਹੀ ਖੂਨ ਨਹੀਂ ਆਉਂਦਾ। and we have less disability than some societies where they intermarry between ਭੈਣ ਔਰ ਮਾਂ ਦਾ ਦੁੱਧ ਵੀ ਨਹੀਂ ਕਈ ਛੱਡਦੇ ਨੇ। ਔਰ ਅਫਗਾਨੀ ਸਿੰਘ ਜਿਹੜੇ ਆਏ ਨੇ, ਮੈਂ ਖੁਦ ਨੋਟ ਕੀਤਾ ਕਿ ਉਹ ਇੱਥੇ ਯੂਕੇ ਦੇ ਵਿੱਚ, ਔਰ ਮੈਂ ਖੁਦ ਨੋਟ ਕਰੀ ਮੇਰੇ ਪੇਸ਼ੈਂਟ ਜਿਹੜੇ ਅਫਗਾਨੀਜ਼ ਆ ਰਹੇ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ ਮਸਲ ਇਸ਼ੂਜ਼ ਹੋ ਰਹੇ ਨੇ ਬਿਕੋਜ਼ ਉਹ ਆਪਣੀ ਮਾਸੀ ਦੇ ਜਨਰੇਸ਼ਨ ਹਾਂਜੀ ਆਪਣੀ ਇਮੀਡੀਏਟ ਫੈਮਲੀਜ਼ ਦੇ ਵਿੱਚ ਵੀ ਉਹ ਵਿਆਹ ਕਰ ਰਹੇ ਨੇ। ਸੋ ਪਲੀਜ਼ ਫੀਮੇਲ ਫੀਟੀਸਾਈਡਲ, ਫਿਰ ਦੇਖੋ ਕਿ ਰੱਬ ਨੇ ਤਾਂ ਇੱਕ ਔਰਤ ਨੂੰ ਇੰਨੀ ਵੱਡੀ ਉੱਚੀ ਪਦਵੀ ਦਿੱਤੀ ਹੋਈ ਆ ਔਰ ਗ੍ਰਸਤੀ ਜੀਵਨ ਚੱਲ ਹੀ ਨਹੀਂ ਸਕਦਾ ਵਿਦਾਊਟ ਇੱਕ ਔਰਤ ਨੇ ਬੱਚਾ ਬਣਾਉਣਾ ਹੈ। ਅੱਜ ਕੱਲ੍ਹ ਕੋਈ ਵੀ ਮੈਡੀਕਲ ਸਾਇੰਸ ਔਰ ਸਾਇੰਟਿਸਟ ਨੇ ਪ੍ਰੂਵ ਨਹੀਂ ਕੀਤਾ ਕਿ ਇੱਕ ਆਦਮੀ ਬੱਚਾ ਚੱਕ ਸਕਦੇ ਆ ਬਿਕੋਜ਼ ਇੱਕ ਕੋਕ ਹੁੰਦਾ, ਇੱਕ ਵੂਮ ਹੁੰਦਾ, ਇੱਕ ਯੂਟਰਸ ਹੁੰਦਾ, ਇੱਕ ਪਲੈਸੈਂਟਾ ਹੁੰਦਾ, ਜਿਹੜੀ ਚੀਜ਼ ਨੇ ਬੱਚੇ ਨੂੰ ਫੀਡ ਕਰਨਾ। ਤੇ ਜੇ ਅਸੀਂ ਇੱਕ ਔਰਤ ਔਰ ਇੱਕ ਜਨਾਨੀ ਔਰ ਲੜਕੀਆਂ ਦੀ ਇਸ ਤਰ੍ਹਾਂ ਮਰਡਰ ਕਰ ਰਹੇ ਨੇ, ਇਟ ਇਜ਼ ਅ ਮਰਡਰ, ਸੌਰੀ। ਐਂਡ ਅਸੀਂ ਸਾਡੀ ਪੀੜ੍ਹੀ ਕਿੱਦਾਂ ਵਧਣੀਆਂ? ਅਸੀਂ ਕਹਿ ਰਹੇ ਨੇ ਕਿ ਦੂਸਰੀਆਂ ਕੌਮਾਂ ਦੀਆਂ ਪੀੜ੍ਹੀਆਂ ਵਧ ਰਹੀਆਂ ਨੇ ਫਰੋਮ ਐਕਚੁਅਲੀ ਹੈਵਿੰਗ 6 to 10 children। At this point ਪੰਜਾਬੀ ਕਲਚਰ 'ਚ it's about 1 to 2.2 children on average। ਮੈਂ ਤੁਹਾਨੂੰ ਇੰਡੀਆ ਦੀ ਗੱਲ ਦੱਸਾਂ, ਹਰਿਆਣਾ ਦੇ ਵਿੱਚ UNFPA ਨੇ, ਯੂਨਾਈਟਿਡ ਨੇਸ਼ਨਸ ਨੇ ਕਿਹਾ ਹੈ ਕਿ 1000 ਆਦਮੀ ਦੇ ਪਿੱਛੇ 700 ਲੜਕੀਆਂ ਦਾ ਜਨਮ ਹੋ ਰਿਹਾ ਨੇ। ਸੋ ਮੇਰਾ concept is also right 4 to 1। ਹਾਂਜੀ, ਸੋ ਪੰਜਾਬ ਦੇ ਵਿੱਚ ਵੀ
ਖਣੀ ਐਸਾ ਹੀ ਹੋਣਾ ਆ ਪਰ ਹੁਣ ਤੱਕ ਮੈਂ ਸੁਣਿਆ ਹੈ ਕਿ ਪੰਜਾਬ ਤੋਂ ਮੁੰਡੇ ਲੜਕੇ ਜਾਂਦੇ ਆ ਸਾਊਥ ਇੰਡੀਆ ਨੂੰ ਲੜਕੀਆਂ ਲੱਭਣ ਵਾਸਤੇ। ਵਾਹ ਜੀ ਵਾਹ, ਸ਼ੁਰੂ ਹੋ ਗਿਆ ਚੱਕਰ। ਹਾਂ ਸ਼ੁਰੂ ਹੋ ਗਿਆ ਚੱਕਰ, ਜਦ ਦੋ ਭਰਾ ਇੱਕ ਕੁੜੀ ਦੇ ਨਾਲ ਵਿਆਹ ਕਰਦੇ ਨੇ। ਵਾਹ ਜੀ ਵਾਹ, ਕਰਕੇ ਕੁੜੀਆਂ ਮਿਲਦੀਆਂ ਨਹੀਂ। ਵਾਹ ਜੀ, ਨਿਊ ਫੈਕਟ, ਅਮੇਜ਼ਿੰਗ, ਵੈਰੀ ਰੋਂਗ, ਬਿਕੋਜ਼ ਅਸੀਂ ਖੁਦ ਬੈਲੈਂਸ ਖਰਾਬ ਕਰਤਾ। ਔਰ ਜਿਹੜੀ ਸੀਕ੍ਰੇਸੀ ਹੁੰਦੀ ਸੀ ਨਾ, ਸਭ ਤੋਂ ਜ਼ਿਆਦਾ ਸੀਕ੍ਰੇਸੀ ਹੁੰਦੀ ਸੀ ਐਕਚੁਅਲੀ ਜਦੋਂ ਤਿੰਨੇ ਟਾਈਮ ਆਪਣੇ ਬੱਚੇ ਹੋਣ ਵਾਲਾ ਸੀ। ਆਈ ਨਿਊ ਆਈ ਕੁਡ ਰੀਡ ਅ ਸਕੈਨ, ਸੋ ਮੈਨੂੰ ਪਤਾ ਸੀਗਾ, ਪਰ ਮੈਂ ਕਦੀ ਵੀ ਅਨਾਉਂਸ ਨਹੀਂ ਕੀਤਾ ਸੀਗਾ, ਪਿਓਰਲੀ ਬਿਕੋਜ਼ ਸੈਲੀਬ੍ਰੇਸ਼ਨਸ ਪਹਿਲਾਂ ਨਾ ਸ਼ੁਰੂ ਹੋ ਜਾਣ। ਔਰ ਸਭ ਤੋਂ ਪਹਿਲਾ ਬੱਚਾ ਮੈਨੂੰ ਬਹੁਤ ਖੁਸ਼ੀ ਹੋਣੀ ਸੀਗੀ ਜੇ ਮੇਰੇ ਕੋਲ ਲੜਕੀ ਹੁੰਦੀ, ਪਰ I had a son. I was equally happy. My second child was a daughter, and I thought it was the best blessing I had in the world. And I looked up heavenly skies, और मैं 7 ਦਿਨਾਂ ਬਾਅਦ ਕਹਿੰਦੇ ਨਾ 45 days ਸ਼ਿਲਾ ਹੁੰਦਾ, you shouldn't go out. In 7 days I was out to buy the best material, best laces ਕਿ ਮੇਰੀ ਬੇਟੀ ਲਈ ਮੈਂ ਵਧੀਆ ਕੱਪੜੇ ਬਣਾਵਾਂ। ਇੰਨੀ ਖੁਸ਼ੀ ਹੋਈ ਸੀ। ਬੇਟੀ ਦੀ ਡੋਲੀ ਜਾ ਰਹੀ ਸੀਗੀ ਔਰ ਮੈਨੂੰ ਪ੍ਰਿਪੇਅਰ ਕਰ ਰਹੇ ਸੀਗੇ ਹਫਤਾ ਮਹੀਨਾ ਪਹਿਲਾਂ, ਮਾਮ ਤੁਸੀਂ ਰੋਣਾ ਨਹੀਂ ਡੋਲੀ ਵੇਲੇ, ਤੁਸੀਂ ਹੱਸਣਾ ਆ। ਤੇ ਮੈਂ ਆਕਾਸ਼ ਵੱਲ ਇਹ ਰੋਈ ਸੀ ਕਿ ਰੱਬਾ ਕਿ ਇਸ ਤਰ੍ਹਾਂ ਦੀ ਬੇਟੀ ਜਿਹੜੀ ਘਰ 4 ਸਾਲਾਂ ਬਾਅਦ ਘਰ ਆਈ ਔਰ ਸਿੰਘ ਸਰਦਾਰ ਨਾਲ ਉਹਨੇ ਆਨੰਦ ਕਾਰਜ ਕੀਤਾ। I thank to the heavenly skies ਕਿ ਬੇਟੀ ਆਪਣੀ ਇੱਜ਼ਤ ਨਾਲ ਆਪਣੇ ਘਰ ਜਾ ਰਹੀ ਹੈ। ਰੱਬਾ ਮੈਨੂੰ ਇੱਕ ਹੋਰ ਬੇਟੀ ਇਸ ਤਰ੍ਹਾਂ ਦੀ ਦੇ ਦਿੰਦਾ, ਔਰ ਮੈਂ ਮੰਗ ਰਹੀ ਸੀ ਕਿ ਮੈਨੂੰ ਇੱਕ ਹੋਰ ਬੇਟੀ ਇਸ ਤਰ੍ਹਾਂ ਦੀ ਹੋਵੇ। ਪਰ ਉਸ ਤੋਂ ਬਾਅਦ I had a younger child who is only 15 months younger to my daughter. ਪਰ ਮੈਨੂੰ ਨਹੀਂ ਲੱਗਦਾ ਕਦੀ ਵੀ ਕੋਈ ਇਸ ਤਰ੍ਹਾਂ ਮੰਗਦਾ ਹੋਏਗਾ ਕਿ ਰੱਬਾ ਮੇਰੇ ਕੋਲ ਇੱਕ ਹੋਰ ਬੇਟੀ ਹੋਵੇ। ਪਰ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਮਨਜਿੰਦਰ ਸਿੰਘ, ਉਸੇ ਹਸਪੀਟਲ ਦੇ ਵਿੱਚ ਇੱਕ ਜਨਾਨੀ ਦੇ 6ਵਾਂ ਲੜਕਾ ਹੋਇਆ। ਉਹ ਕਹਿੰਦੀ ਤੂੰ ਮੈਨੂੰ ਆਪਣੀ ਬੇਟੀ ਦੇ ਦੇ ਤੇ ਸਾਨੂੰ ਇੱਕ ਕੰਨਿਆਦਾਨ ਚਾਹੀਦੀ ਤੇ ਇੱਕ ਰੱਖੜੀ ਬੰਨਣ ਲਈ ਇੱਕ ਬੇਟੀ ਚਾਹੀਦੀ ਆ। ਮੈਂ ਕਿਹਾ ਮੈਂ ਮੇਰੀ ਬੇਟੀ ਟ੍ਰੇਡ ਨਹੀਂ ਕਰ ਸਕਦੀ, ਸੌਰੀ। ਮੈਂ ਮੇਰੀ ਬੇਟੀ ਤੇ ਬੜਾ ਗਾਰਡ ਕੀਤਾ, ਉਹ ਜਿਹੜੀ ਮੈਨੂੰ ਇੱਕ ਰਾਤ ਰਹਿਣੀ ਪਈ ਕਿ ਕਿਤੇ ਕਿਡਨੈਪ ਨਾ ਹੋ ਜਾਵੇ। ਤੇ ਕੋਈ ਵੀ ਕਿਸੇ ਤਰ੍ਹਾਂ ਖੁਸ਼ ਨਹੀਂ ਹੈਗਾ। ਮੈਂ ਕਹਿੰਦੀ ਰੱਬ ਦੀ ਦੇਣ ਆ, ਉਹ ਜਿਹੜੀ ਸੀਕ੍ਰੇਟ ਹੁੰਦੀ ਸੀ ਨਾ ਕਿ ਜਨਮ ਵੇਲੇ ਪਤਾ ਲੱਗਦਾ ਸੀ ਕੀ ਆ ਲੜਕਾ। ਅੱਜ ਕੱਲ ਦੀ ਸਕੈਨਿੰਗ ਸਿਸਟਮ ਨੇ ਜ਼ਰੂਰ ਕੰਮ ਖਰਾਬ ਕਰਤਾ ਇੰਡੀਆ ਦੇ ਵਿੱਚ, ਬਿਲਕੁਲ and it's made from choice of selfishness. It's a choice. ਸੋ ਮੈਂ ਹੁਣ ਤੁਹਾਨੂੰ ਕੁਐਸਚਨ ਪੁੱਛਣੇ ਸੀਗੇ ਕਿ ਕੰਨਿਆ ਭਰੂਣ ਹੱਤਿਆ ਕੀ ਹੁੰਦੀ ਆ। ਪਹਿਲੇ ਗੱਲ ਇਹ ਜਿਹੜੇ ਘਰੇ ਬੈਠੇ ਉਹਨਾਂ ਨੂੰ ਨਹੀਂ ਪਤਾ ਕਿ ਕੀ ਹੁੰਦੀ ਆ ਗੱਲ, ਤੇ ਤੁਸੀਂ ਦੱਸ ਸਕਦੇ ਹੋ ਕਿ ਕੀ ਹੈ। ਦੇਖੋ, ਕੰਨਿਆ means word daughter, and oda hatya karna like murder or aborting her is that between the first about 3 months to 3 months ਦੇ ਵਿੱਚ ਸਕੈਨ ਵਿੱਚ ਪਤਾ ਲੱਗ ਜਾਂਦਾ ਕਿਹੜਾ ਸੈਕਸ ਹੈਗਾ ਬੇਬੀ ਦੇ, whether it's a boy or a girl that the mother is carrying. ਔਰ ਇਹ ਸਕੈਨਸ ਬੜੇ ਸੀਕ੍ਰੀਟਿਵ ਹੁੰਦੇ ਸੀ, ਇੰਡੀਆ ਕਦੀ ਵੀ ਨਹੀਂ ਦੱਸਦੇ ਸੀ, ਇੰਗਲੈਂਡ ਫੇਰ ਵੀ ਦੱਸ ਦਿੰਦੇ ਹੁੰਦੇ ਸੀ ਕਈ ਵਾਰੀ। ਐਂਡ ਨਾਓ ਇਟਸ ਬਿਕੋਜ਼ ਆਫ ਦਿਸ ਸਕੈਨਿੰਗ ਸਿਸਟਮ, ਜਦੋਂ ਪੇਟ ਦੇ ਉੱਪਰ ਜੈਲੀ ਲਾਉਂਦੇ ਨੇ ਪਤਾ ਲੱਗ ਜਾਂਦਾ ਆ what the mother is carrying, that parents have started making a choice because ਉਹਨਾਂ ਦੇ ਇਨ-ਲॉज ਕਹੇਗੇ ਹਾਂ ਵੀ ਇਹਦੇ 3 ਬੇਟੀਆਂ ਹੋ ਗਈਆਂ, ਬੜੀ ਅਨਲੱਕੀ ਕੁੜੀ ਆ ਗਈ ਸਾਡੇ ਘਰ ਦੇ ਵਿੱਚ, ਸਾਡੀ ਪੀੜ੍ਹੀ ਨਹੀਂ ਵੱਧ ਰਹੀ। ਉਹਦੇ ਵਿੱਚ ਵੀ ਸੋਸ਼ਲ ਫੈਕਟਰ ਵਿੱਚ ਵੀ ਜਨਾਨੀਆਂ ਅਬੋਰਟ ਕਰ ਰਹੀਆਂ ਨੇ, that scared ਕਿ ਹੋਰ ਨਾ ਹੋਵੇ ਕਿ ਮੇਰਾ ਆਦਮੀ ਇੱਕ ਔਰ ਆਨੰਦ ਕਾਰਜ ਕਰ ਲਵੇ because I cannot carry a boy. ਤੇ ਇਹ ਗੱਲ ਵੀ ਆਪਾਂ ਹੁਣ ਟਾਲ ਦਈਏ ਕਰਕੇ ਕਾਫੀ ਜਿਹੜੇ ਅਨਪੜ੍ਹ ਜਾਂ ਬਜ਼ੁਰਗ ਹੈਗੇ ਨੇ ਇਹ ਸੋਚਦੇ ਸੀਗੇ ਕਿ ਇਹ ਲੜਕੀ ਦੇ ਵਿੱਚ ਕਮੀ ਆ, ਫਰਕ ਆ। ਹੁਣ ਸਾਇੰਸ ਨੇ ਤਾਂ ਇੱਥੇ ਦੱਸ ਦਿੱਤਾ ਕਿ ਇਹ ਬੰਦੇ ਤੋਂ ਹੁੰਦੀ ਆ। ਬਿਲਕੁਲ, ਬੰਦੇ ਤੋਂ ਪਤਾ ਲੱਗਦਾ ਕ੍ਰੋਮੋਸੋਮ ਇਹ ਬੰਦੇ 'ਚ ਹੁੰਦਾ, ਕਦੀ ਵੀ ਜਨਾਨੀ 'ਚ ਨਹੀਂ ਹੁੰਦਾ। ਸੋ ਜਿਹੜੇ ਬਜ਼ੁਰਗ ਸੇ ਜਾਂ ਮਿਡਲ ਏਜ ਪੇਰੈਂਟਸ ਆ ਜਾਂ ਇੰਡੀਆ ਤੱਕ ਇਹ ਪ੍ਰੋਗਰਾਮ ਜਾ ਰਿਹਾ ਆ, ਇਟ ਇਜ਼ ਫਰੋਮ ਦ ਮੇਲ ਪਾਰਟਨਰ ਜਿੱਥੇ ਡੈਫੀਨੇਸ਼ਨ ਹੁੰਦੀ ਆ ਵੈਦਰ ਹੀ ਇਜ਼ ਐਸਿਡ ਔਰ ਅਲਕਲਾਈਨ। ਮੈਂ ਇਹ ਨਹੀਂ ਦੱਸਾਂਗੀ ਕਿਹੜੀ ਚੀਜ਼ ਕਿਹੜੀ ਆ, ਮੈਂ ਖੁਦ ਕਲੀਨਿਕ ਦੇ ਵਿੱਚ ਆਈ ਡੂ ਮੋਰ ਬॉय ਕੰਸੈਪਸ਼ਨ, ਬਟ ਉਹ ਸਟੋਰੀ ਵਿੱਚ ਨਹੀਂ ਜਾਣਾ, ਬਟ ਆਈ ਐਮ ਵੈਰੀ ਸਿਲੈਕਟਿਵ ਟੂ ਮਾਈ ਪੇਸ਼ੈਂਟਸ। ਮੈਂ ਉਦਾਸੀ ਨਾਲ ਕਹਿ ਰਹੀ ਹਾਂ ਕਿ ਇਟਲੀ ਦੇ ਵਿੱਚ ਆਪਾਂ ਲਾਸਟ ਈਅਰ ਹੈਲਥ ਪ੍ਰੋਗਰਾਮ ਕੀਤਾ ਜਿਹੜਾ 1 ਮਹੀਨੇ ਚੱਲਣਾ ਸੀਗਾ। ਐਟ ਦ ਟਾਈਮ ਆਫ ਅਰਥਕੁਏਕ ਆਈ ਐਕਸਟੈਂਡਡ ਮਾਈ ਫ੍ਰੀ ਚੈਰਿਟੀ ਸੇਵਾ ਫॉर 3 months, ਐਂਡ ਮੈਂ ਇੱਕ ਗੁਰਦੁਆਰੇ ਸਾਹਿਬ ਲੈਕਚਰ ਕਰਨ ਜਾਣਾ ਸੀਗਾ, ਕਾਰਸਨੋਵਾ ਗੁਰਦੁਆਰਾ, ਔਰ ਉੱਥੇ 3 ਪੇਰੈਂਟਸ ਆਏ, 2 ਜਨਾਨੀਆਂ ਆਪਣੇ ਹਸਬੈਂਡ ਨਾਲ ਔਰ ਇੱਕ ਆਦਮੀ ਆਇਆ ਕਿ ਪਲੀਜ਼ ਸਾਨੂੰ ਅਬੋਰਟ ਕਰ ਦਿਓ, ਸਾਡੀ ਬੱਚੀ ਆ। ਮੇਰਾ ਸਰੀਰ ਠੰਡਾ ਪੈ ਗਿਆ, ਧਰਤੀ ਖੁੱਲੀ, ਦੈਟ ਗੁਰਦੁਆਰੇ ਦੇ ਵਿੱਚ ਆਣ ਕੇ ਮੇਰੇ ਕੋਲ ਇਹ ਅਰਦਾਸ ਇਹ ਮੰਗ ਰਹੇ ਨੇ। ਐਂਡ ਆਈ ਡਿਡ ਅਨਾਊਂਸ upstairs as well in the 5000 ਸੰਗਤ ਸੀਗੀ ਕਿ ਮੈਂ ਇਹ ਕੁਛ ਕਿਰਪਾ ਕਰਿਓ, ਮੈਂ ਇਟਲੀ ਆ ਕੁਛ ਨਹੀਂ ਕਰਨ ਆਈ, ਕਿ ਆਈ ਐਮ ਸੌਰੀ ਕਿ this is not something I'll do, but then sometimes ਉਹ ਪਤਾ ਫਿਰ ਕੀ ਕਰਦੀਆਂ, they go to India। ਇੱਥੋਂ ਵੀ ਲੜਕੀਆਂ ਇੰਡੀਆ ਜਾਂਦੀਆਂ ਅਬੋਰਟ ਕਰਕੇ ਆਉਂਦੀਆਂ ਨੇ, ਇਟਸ ਅ ਫੈਕਟ।
ਬਟ ਇੱਥੇ ਫਿਰ ਜਿਹੜੀ ਅਦਰ ਅਬੋਰਸ਼ਨਸ ਹੋ ਰਹੀਆਂ ਨੇ ਉਹ ਤਾਂ ਡਿਫਰੈਂਟ ਹੈ, ਜਿਹੜੀ ਯੰਗ ਟੀਨੇਜਰਸ ਪ੍ਰੈਗਨੈਂਟ ਹੋ ਰਹੀਆਂ ਨੇ ਦੇ ਆਰ ਅਬੋਰਟਿੰਗ। ਬਟ ਜਿਹੜਾ ਸੋਸ਼ਲ ਸਟਰਕਚਰ ਫੈਕਟਰ ਹੈਗਾ ਕਿ ਲੜਕਾ ਹੋਣਾ ਚਾਹੀਦਾ ਆ, ਔਰ ਉਹ ਜਨਾਨੀ ਕਹਿੰਦੀ ਹੈ, ਉਹ ਥੰਮ ਜਾਂਦੀ ਘਰ ਦੇ ਵਿੱਚ ਕਿ ਮੇਰੀ ਦਰਾਣੀ ਦੇ ਲੜਕੇ 2 ਹੋ ਗਏ ਔਰ ਮੇਰੀ ਕਦਰ ਨਹੀਂ ਹੋ ਰਹੀ ਬਿਕਾਜ਼ ਮੇਰੀ ਲੜਕੀ ਆ। ਇਹ ਵੀ ਬੜਾ ਪ੍ਰੋਬਲਮ ਹੈ, ਬੁੜੀਆਂ ਨੂੰ ਕਹਿੰਦੀਆਂ ਨੇ ਹਾਂਜੀ, ਕਿ ਇਹ ਬੜੀ ਅਨਲੱਕੀ ਆ ਤੇ ਸਾਡੇ ਘਰ 9 ਆ ਗਈ ਤੇ ਲੜਕੀਆਂ ਦੀ ਇੱਕ ਲਾਈਨ ਲੱਗ ਗਈ। ਕੱਲ ਨੂੰ ਪਤਾ ਨਹੀਂ ਕਿ ਤੁਹਾਡੇ ਇਹ ਅਸੀਂ ਫੈਕਟਰ ਦੱਸ ਰਹੇ ਕਿ ਮੈਡੀਕਲੀ ਇਹ ਡਿਸੀਜਨ ਲੜਕੀ ਦੀ ਨਹੀਂ ਹੁੰਦੀ ਹੈ, ਇਟਸ ਦ ਮੇਲ ਪਾਰਟਨਰ। ਆਦਮੀ ਦੇ ਕ੍ਰੋਮੋਸੋਮਸ ਜਿਹੜੇ X and Y ਹੁੰਦੇ ਉਹ ਡਿਕਟੇਟ ਕਰਦੇ ਨੇ ਲੜਕਾ ਹੋਏਗਾ ਕਿ ਲੜਕੀ। ਸੋ ਪਲੀਜ਼ ਕਦੀ ਵੀ ਜਨਾਨੀ ਨੂੰ ਨਾ ਆਪਣੀ ਔਰਤ, ਆਪਣੀ ਨੂੰਹ ਨੂੰ, ਆਪਣੀ ਲੜਕੀ ਨੂੰ ਉਹ ਨਹੀਂ ਕਸੂਰਮੰਦ ਹੈ, ਸਿਰਫ ਤੁਹਾਡੇ ਬੱਚੇ ਦੇ ਵਿੱਚ, ਲੜਕੇ ਦੇ ਵਿੱਚ ਹੈ ਇਸ਼ੂਜ਼, ਜੇ ਬਹੁਤ ਐਸਿਡ ਆ ਜਾਂ ਅਲਕਲਾਈਨ ਹੈ ਤਾਂ ਉਹ। ਜੇ ਤੁਹਾਡੇ ਘਰ ਦੇ ਵਿੱਚ ਲੜਕਾ ਹੁੰਦਾ ਜਾਂ ਲੜਕੀ ਹੁੰਦੀ ਹੈ, ਇਹਦਾ ਡਿਟਰਮੀਨੇਸ਼ਨ ਹੈਗਾ ਆ ਆਦਮੀ ਤੇ, ਔਰਤ ਦੇ ਨਹੀਂ। ਬਿਲਕੁਲ। ਸੋ ਜਦੋਂ ਔਰਤ ਦੇ ਉੱਤੇ ਰੋਪ ਪਾਉਂਦੇ ਨੇ ਜਾਂ ਟਾਨੇ ਮਾਰਦੇ ਕਿ ਇਹਦਾ ਕਰਕੇ ਨਹੀਂ ਹੁੰਦਾ, ਇਹ ਬਿਲਕੁਲ ਗਲਤ ਹੈ। ਸੋ ਆਪਣੇ ਆਪ ਨੂੰ ਪਹਿਲਾਂ ਤੁਸੀਂ ਐਜੂਕੇਸ਼ਨ ਦੇਵੋ, ਤਾਂ ਕਰਕੇ ਅਸੀਂ ਇੱਥੇ ਬੈਠੇ ਨੇ ਕਿ ਤੁਹਾਨੂੰ ਘਰਾਂ ਦੇ ਵਿੱਚ ਪਤਾ ਲੱਗੇ ਕਿ ਮਾਡਰਨ ਸਾਇੰਸ ਦੇ ਵਿੱਚ ਕੀ ਹੋ ਰਿਹਾ ਨੇ। ਔਰ ਲੜਕੀ ਦੇਖ ਲਓ, ਜੇ ਅਸੀਂ ਪੀੜ੍ਹੀਆਂ ਵਧਾਉਣੀਆਂ, ਅਸੀਂ ਸਾਡੀ ਪੋਪੂਲੇਸ਼ਨ ਵਧਾਉਣੀ, ਸਾਨੂੰ ਲੜਕੀਆਂ ਚਾਹੀਦੀਆਂ। ਦੇਰ ਇਜ਼ ਨੋ ਵੇ ਤੁਹਾਨੂੰ ਕਿਹਾ ਕਿ ਮੈਡੀਕਲੀ ਅ ਮੇਲ ਔਰ ਆਦਮੀ ਇੱਕ ਬੱਚਾ ਨਹੀਂ ਪੈਦਾ ਹੀ ਨਹੀਂ ਕਰ ਸਕਦੇ। ਪਾਲਣਾ ਤਾਂ ਅਲੱਗ ਹੈ, ਪੈਦਾ ਹੀ ਨਹੀਂ ਕਰ ਸਕਦੇ, ਬਾਇਓਲੋਜੀਕਲੀ ਨਹੀਂ ਪੈਦਾ ਕਰ ਸਕਦੇ। ਸੋ ਪਲੀਜ਼ ਇਹ ਜਿਹੜਾ ਫੀਟਸਾਈਡਲ ਅਬੋਰਸ਼ਨ ਐਂਡ ਫੀਟਸਾਈਡਲ ਮਰਡਰ ਹੈ, ਜਿਹੜਾ ਥੈਂਕ ਗੋਡ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਆਫਟਰ 3 ਇਅਰਸ ਮੇਰਾ ਚੱਕਰ ਚੱਲ ਕੇ ਇਟਸ ਨਾਓ ਵੱਡੇ ਬਿਲ ਪੋਸਟਰਸ ਲੱਗੇ ਨੇ, ਫੀਟਸਾਈਡਲ ਇਜ਼ ਅ ਕ੍ਰਾਈਮ। ਇਹ ਕਾਤੇ ਹੁੰਦਾ ਨੇ? ਸੋਸ਼ਲ ਫੈਕਟਰਸ ਬੇਟੇ, ਸੋਸ਼ਲ ਫੈਕਟਰਸ ਅਗੇਨ ਜਿਹੜੇ ਮੈਂ ਤੁਹਾਨੂੰ ਕਹਿ ਕੇ ਹਟੀ ਆ, ਬਿਕਾਜ਼ ਚਾਹੁੰਦੇ ਨੇ ਕਿ ਲੜਕੇ ਹੋਣ। ਜਿਸ ਵੇਲੇ ਲੜਕੇ ਹੁੰਦੇ ਨੇ ਲੱਡੂ ਵੰਡਣ ਲੱਗ ਪੈਂਦੇ ਨੇ, ਖੁਸ਼ੀ ਬਹੁਤ ਮਨਾਉਂਦੇ ਨੇ, ਬੜੀ ਖੁਸ਼ੀ ਬਹੁਤ ਮਨਾਉਂਦੇ। ਜਦੋਂ ਸਾਡੇ ਲੜਕੀ ਹੋਈ ਤੇ ਅਸੀਂ ਪੇੜੇ ਵਟਾ ਰਹੇ ਸੀਗੇ ਤੇ ਲੋਕ ਜਿਹਨਾਂ ਨੂੰ ਨਹੀਂ ਪਤਾ ਸੀ ਕਹਿੰਦੇ ਵਧਾਈ ਲੜਕਾ ਹੋਇਆ, ਨਹੀਂ ਲੜਕੀ ਹੋਈ ਆ। ਫਿਰ ਤਾਂ ਤੁਸੀਂ ਪੇੜੇ ਲੈ ਕੇ ਆਏ? ਹਾਂਜੀ ਪੇੜੇ ਲੈ ਕੇ ਆਏ ਆ। ਪਰ that was the thought going back 27 years ago। ਹਾਲੇ ਤੱਕ ਵੀ ਇੰਦਾ ਹੁੰਦਾ। ਯੈਸ, ਸੋ ਅਸੀਂ ਤਾਂ ਪੇੜੇ ਬਣਾਏ in the happiness ਕਿ ਸਾਨੂੰ ਲੜਕੀ ਚਾਹੀਦੀ ਸੀ। ਹਾਂਜੀ, ਪਰ ਫਿਰ ਲੜਕੇ ਕਾਹਤੋਂ ਚਾਹੁੰਦੇ ਆ ਲੋਕੀ? ਅਗੇਨ ਪੀੜ੍ਹੀਆਂ ਤੋਂ ਸੋਸ਼ਲ ਫੈਕਟਰ ਪਿਛਲੋ ਤੁਰਿਆ ਆਇਆ ਆ, ਦੈਟ ਲੜਕੇ ਦੇ ਨਾਲ ਖਾਨਦਾਨ ਪੈਦਾ ਹੁੰਦਾ, ਜ਼ਮੀਨ ਉਹਦੇ ਹੱਥ ਆਏਗੀ, ਜ਼ਮੀਨਾਂ ਦਾ ਇਸ਼ੂ ਹੁੰਦਾ ਸੀਗਾ, ਜਾਂ ਫਿਰ ਉਹ ਪੇਰੈਂਟਸ ਦੇ ਖਿਆਲ ਰੱਖੇਗਾ, ਮਕਾਨ ਉਹਦੇ ਨਾਮ ਤੇ ਹੋਏਗਾ, ਲੜਕੀ ਚਲ ਜਾਏਗੀ ਉਹ ਪਰਾਇਆ ਧਨ ਹੈ, she is not our property, ਲੜਕਾ ਤੁਹਾਡੀ ਪ੍ਰੋਪਰਟੀ ਹੋ ਜਾਂਦੀ ਹੈ। ਮਗਰ ਅੱਜ ਕੱਲ ਇਸ ਮਾਡਰਨ ਸੋਸਾਇਟੀ ਦੇ ਵਿੱਚ ਆਪਾਂ ਗੋਰਿਆਂ ਤੋਂ ਦੇਖਿਆ ਆ ਕਿ ਲੜਕੇ ਦੇ ਵਿੱਚ ਕੋਈ ਫਰਕ ਨਹੀਂ ਕਰਦੇ, ਜਾਇਦਾਦ ਨੂੰ ਅੱਧੀ ਵੰਡਦੇ ਨੇ। ਤੇ ਤੁਸੀਂ ਆਪ ਵੀ ਕਿਹਾ ਸੀਗਾ ਕਾਫੀ ਤੱਕ ਲੜਕੀ ਆਣ ਕੇ ਮਾਂ-ਬਾਪ ਨੂੰ ਲੁੱਕ ਆਫਟਰ ਕਰਦੀ ਹੈ ਓਲਡ ਏਜ ਦੇ ਵਿੱਚ। ਤੇ ਸੋ ਇਹ ਟਾਈਮਸ ਚੇਂਜ ਹੋ ਗਏ ਨੇ, ਲੜਕੇ ਦੋਨੋਂ ਹੀ ਐਜੂਕੇਸ਼ਨ ਕਰਦੇ ਨੇ, ਯੂਨੀਵਰਸਿਟੀ ਜਾਂਦੇ, ਪੜ੍ਹੇ ਲਿਖੇ ਹੁੰਦੇ ਨੇ। ਜ਼ਿਆਦਾ ਕਰਦੀਆਂ ਲੜਕੀਆਂ, ਐਜ਼ ਅ ਮੈਟਰ ਆਫ ਫੈਕਟ ਜ਼ਿਆਦਾ ਪੜ੍ਹ ਰਹੀਆਂ ਨੇ। ਐਂਡ ਇਟਸ ਵੈਰੀ ਪਲੀਜ਼ਿੰਗ ਟੂ ਨੋ ਕਿ ਸਾਡੀ ਇੱਕ ਸੋਸਾਇਟੀ ਲੜਕੀਆਂ ਦੀ ਪੈਦਾ ਹੋ ਰਹੀ ਹੈ ਥਰੂ ਡੈਂਟਿਸਟ, ਨਰਸਿਸ, ਐਨਸਥੀਸਿਸਟ, ਸਰਜਨਸ, ਹਾਰਟ ਸਰਜਨ ਮਿਲਦੀਆਂ ਔਰ ਟੌਪ ਨੌਕਰੀਆਂ ਕਰ ਰਹੀਆਂ ਨੇ ਲੜਕੀਆਂ। ਐਂਡ ਤੁਸੀਂ ਏਦਾਂ ਨਾ ਸੋਚੋ ਕਿ ਸਿਰਫ ਲੜਕਾ ਤੁਹਾਡੀ ਕਮਾਈ ਕਰ ਸਕਦਾ। ਅੱਜ ਬਰਾਬਰ ਦੇ ਪਲੇਟਫਾਰਮ ਤੇ ਲੜਕੀ ਖੜਦੀ ਵੀ ਆ, ਬੋਲਦੀ ਵੀ ਆ। ਤੁਸੀਂ ਇੱਥੇ ਦੇਖ ਲਓ, ਸਿੱਖ ਚੈਨਲ is giving a platform to women as well to come and speak. I'm here as a woman. They didn't say to me there should be a man with Manjinder Singh, and that's the platform saying this is a modern society and it's equality ਰੱਖੋ। ਆਪਣੇ ਇੰਡੀਆ ਦੇ ਵਿੱਚ ਕੁਆਲਿਟੀ ਹਲੇ ਤੱਕ ਹੋ ਰਹੀ ਹੈ, ਜਿੰਦਾ ਗਾਉਂ ਪਿੰਡਾਂ ਦੇ ਵਿੱਚ ਬਹੁਤ ਭੀੜੇ ਖਿਆਲ ਆ, ਮਗਰ ਸ਼ਹਿਰਾਂ ਦੇ ਵਿੱਚ ਹੈ। ਪਰ ਮੈਂ ਇੰਡੀਆ ਦੇ ਵਿੱਚ ਖੁਦ 1 ਸਾਲ ਰਹਿ ਚੁੱਕਾ ਹਾਂ ਤੇ ਮੈਂ ਦੇਖਿਆ ਕਿ ਲੜਕਿਆਂ ਦੇ ਵਿੱਚ ਕਿੰਨਾ ਫਰਕ ਕੀਤਾ ਆ ਕਿ ਟ੍ਰੇਨ ਸਟੇਸ਼ਨ ਦੇ ਵਿੱਚ ਕੰਪਾਰਟਮੈਂਟ ਹੁੰਦੇ ਕਰੇ ਲੜਕਿਆਂ ਲਈ, ਤੇ ਲਾਈਨਾਂ 'ਚ ਖਾਣਾ ਪੈਂਦਾ, ਅਲੱਗ ਲਾਈਨ ਹੁੰਦੀ ਲੜਕਿਆਂ ਲਈ, ਅਲੱਗ ਹੁੰਦੇ ਲੜਕਿਆਂ ਲਈ। ਸਾਰੀ ਦੁਨੀਆ ਘੁੰਮ ਲਈ ਆਪਾਂ, ਜੋ ਇੰਡੀਆ ਦੇ ਵਿੱਚ ਇੱਕ ਔਰਤ ਨੂੰ ਇੱਕ ਰਿਸਪੈਕਟ ਮਿਲ ਰਹੀ ਔਨ ਦਾ ਮੈਟਰੋ ਸਟੇਸ਼ਨ ਕਿ 2 ਕੈਬਿਨ ਸਿਰਫ ਔਰਤਾਂ ਲਈ ਆ ਫॉर देयर ਸੇਫਟੀ, ਐਂਡ ਲਾਈਨਾਂ ਵੀ ਔਰਤਾਂ ਦੀਆਂ ਸੈਪਰੇਟ, ਜਿੱਥੇ ਵਿਮਨ ਓਨਲੀ। ਕਿਤੇ ਕੋਈ ਯੂਰਪ ਕੰਟਰੀਜ਼ ਦੇਖ ਲਓ, ਕਿਤੇ ਅਮਰੀਕਾ, ਕਿਤੇ ਵੀ ਨਹੀਂ ਹੈ। ਮੈਂ ਤੁਹਾਨੂੰ ਲਿਖ ਕੇ ਦਿੰਨੀ, ਜੇ ਤੁਹਾਨੂੰ ਕਿਸੇ ਨੂੰ ਹੈ ਸਾਨੂੰ ਦੱਸੋ। ਦਿਸ ਇਜ਼ ਹਾਊ ਫਾਰ ਇੰਡੀਆ ਇਜ਼ ਗੋਇੰਗ ਟੂ ਰਿਸਪੈਕਟ ਵਿਮਨ। ਪਰ ਇਹਦੀ ਵਜ੍ਹਾ ਵੀ ਹੈ ਕਰਕੇ ਇਸ ਕੰਟਰੀ ਦੇ ਵਿੱਚ ਲੜਕੀ ਨੂੰ ਛੇੜ ਨਹੀਂ ਹੁੰਦੀ। ਪਰ ਇੰਡੀਆ ਦੇ ਵਿੱਚ ਜੇ ਲੜਕੀ ਵਾਲੀ ਕੰਪਾਰਟਮੈਂਟ ਤੋਂ ਜਨਰਲ ਕੰਪਾਰਟਮੈਂਟ ਮੈਨੂੰ ਜਾਂਦੀ ਹੈ, ਜਿਹਦੇ ਵਿੱਚ ਜਿਹੜਾ ਮਰਜੀ ਕੋਈ ਬੈਠ ਸਕਦਾ ਹੈ, ਉਹਨਾਂ ਨੂੰ ਛੇੜਦੇ ਆ ਬੰਦੇ। ਤੇ ਇੰਨੇ ਕੇਸ ਹੁੰਦੇ ਗੈਂਗ ਰੇਪ ਦੇ, ਵਾਇਲੈਂਸ ਦੇ, ਮੈਂ ਰੋਜ਼ ਪੜ੍ਹਦੇ ਆ। ਮੈਂ ਇੰਡੀਅਨ ਨਿਊਜ਼ ਦੇਖਦਾ ਆ ਜਾਂ ਸਟੋਰੀਜ਼ ਪੜ੍ਹਦਾ ਆ। ਸੋ
ਇਹਦੇ ਵਧੀਆ ਚੀਜ਼ ਹੈ ਵੀ ਹੈ, ਪਰ ਇਹਦੀ ਰੀਜ਼ਨ ਵੀ ਹੈ ਕਿ ਇਹ ਕਾਹਤੋਂ ਅਲੱਗ-ਅਲੱਗ ਰੱਖਦੇ ਨੇ। That's true. For the safety of the woman and for their confidence ਕਿ ਉਹ just in the women's compartment। ਮੈਂ ਇੱਕ ਛੋਟੀ ਜੀ ਮਿਸਾਲ ਦੱਸਦੀ ਤੁਹਾਨੂੰ। ਮੇਰੇ ਕੋਲ ਆਏ ਹੋਏ ਸੀਗੇ ਹੈਲਪਰਸ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਪਹਿਲਾ ਨਗਰ ਕੀਰਤਨ ਹੈ, ਤੁਸੀਂ ਇੰਡੀਆ ਤੋਂ ਆਏ ਆ, ਤੁਹਾਨੂੰ ਕਿਵੇਂ ਲੱਗਾ ਨਗਰ ਕੀਰਤਨ? ਕਹਿੰਦੇ ਬਹੁਤ ਵਧੀਆ, ਬਹੁਤ ਡਿਸਪਲਿਨ ਆ। ਕਹਿੰਦੇ ਅਸੀਂ ਹੈਰਾਨ ਹੈ ਕਿ ਇੰਗਲੈਂਡ ਦੇ ਵਿੱਚ ਸਾਊਥ ਹਾਲ ਦੇ ਵਿੱਚ ਨਗਰ ਕੀਰਤਨ ਹੋ ਰਿਹਾ, ਔਰ ਲੜਕੇ ਜਦੋਂ ਲੜਕੀ ਆ ਰਹੀ ਪਿਛਾਂ ਨੂੰ ਸਟੈਪ ਹੁੰਦੇ ਆ ਆਊਟ ਆਫ ਰਿਸਪੈਕਟ। ਕਹਿੰਦੇ ਇੰਡੀਆ ਤਾਂ ਚੁੰਡੀਆਂ ਵੱਢੇਗੇ ਪਿੱਛੇ। ਹਾਂਜੀ, I was shocked. That's the first time I heard that. And he said ਸਾਨੂੰ ਬਹੁਤ ਚੰਗਾ ਲੱਗਾ ਜਿਸ ਤਰ੍ਹਾਂ ਲੜਕੇ ਇੱਥੇ ਥੋੜੇ ਮੈਚੁਰ ਹੈ, not like India. So your point is very valid. ਹਾਂਜੀ, ਮੈਂ ਬਹੁਤ ਦੇਖਿਆ ਹੈ ਕਿ ਇੰਡੀਆ ਦੇ ਵਿੱਚ ਲੜਕੀ ਬਣਨਾ ਬਹੁਤ ਮੁਸ਼ਕਿਲ ਗੱਲ ਹੈ। ਔਰ ਇੱਕ ਡਾਊਰੀ ਸਿਸਟਮ, ਜਿਹੜੀ ਡਾਊਰੀ ਸਿਸਟਮ ਸਾਡੇ ਗੁਰੂ ਸਾਹਿਬਾਂ ਨੇ ਬੰਦ ਕਰਤਾ ਸੀ, ਉਹ ਡਾਊਰੀ ਸਿਸਟਮ ਦੇ ਡਰ ਕਰਕੇ ਜਾਂ ਦੇਣ ਵਾਸਤੇ ਜਾਂ ਉਹਨਾਂ ਦੇ ਵਿੱਚ ਹਿੰਮਤ ਨਹੀਂ ਹੋਏਗੀ। ਉਹ ਕਹਿੰਦੇ ਕਿ ਬੈਟਰ ਕਿ ਪਹਿਲਾਂ ਗਰਲ ਨੂੰ ਅਬੋਰਟ ਕਰ ਦਿਓ, ਲੜਕਾ ਹੋਏਗਾ ਤੇ ਉਹ ਘਰ ਧਨ ਲੈ ਕੇ ਆਏਗੀ। ਨੋ, ਹਾਂ, ਜੇ ਨੋ ਹੋਵੇ ਸੋਨਾ ਨਹੀਂ ਮਿਲਦੀਆਂ, ਸੱਸ ਨੂੰ ਸੋਨਾ ਆਏਗਾ, ਬਾਕੀ ਡਾਊਰੀ ਜਿਹੜਾ ਹੁੰਦਾ ਹੈ ਉਹ ਆਏਗਾ ਘਰ ਉਹਨਾਂ ਦੇ। ਔਰ ਇਹ ਡਾਊਰੀ ਸਿਸਟਮ ਦੇਖ ਲਓ ਏਸ਼ੀਅਨ ਕਮਿਊਨਿਟੀ 'ਚ ਹੈਗਾ, ਔਰ ਜਿਹੜੀ ਅਫਰੀਕਨ ਕਮਿਊਨਿਟੀ, ਮੇਰਾ ਜਨਮ ਕੀਨੀਆ 'ਚ ਆ, ਤੁਹਾਨੂੰ ਪਤਾ ਕੀਨੀਆ ਦੇ ਵਿੱਚ ਅਫਰੀਕਨ ਕਮਿਊਨਿਟੀ ਦੇ ਵਿੱਚ ਇੰਨਾ ਖੁਸ਼ ਹੁੰਦੇ ਜਿੰਨੀਆਂ ਲੜਕੀਆਂ ਹੋਣ ਉਹਨਾਂ ਅਮੀਰ ਉਹ ਬਾਪ ਹੋਏਗਾ। ਬਿਕੋਜ਼ ਜਿਸ ਵੇਲੇ ਉਹਨੂੰ ਰਿਸ਼ਤਾ ਆਣਾ ਨਾ ਲੜਕੇ ਵਾਲਿਆਂ ਨੇ, ਉਹਨੇ ਕਹਿਣਾ ਮੈਨੂੰ 100 ਗਾਈਆਂ ਚਾਹੀਦੀਆਂ, ਮੈਨੂੰ 50 ਭੇਡਾਂ ਚਾਹੀਦੀਆਂ, ਤੇ ਮੈਨੂੰ ਇੰਨੀਆਂ ਬੱਕਰੀਆਂ ਚਾਹੀਦੀਆਂ। ਉਹਨਾਂ ਦਾ ਉਲਟ ਹੁੰਦਾ ਹੈ, ਉਹਨਾਂ ਦਾ ਉਲਟ। ਮੈਂ ਕਹਿੰਨੀ ਅਸੀਂ ਆਹ ਕੁਝ ਸ਼ੁਰੂ ਕਰ ਦਈਏ ਨਾ, ਡਿਮਾਂਡ ਕਰਨ ਲੱਗ ਪਈ, ਔਰ ਡਿਮਾਂਡ ਉਦੋਂ ਸ਼ੁਰੂ ਹੋਏਗੀ ਜਦੋਂ ਹੁਣ 10 ਸਾਲਾਂ ਵਿੱਚ ਤੁਸੀਂ ਆਲਰੇਡੀ ਕਹਿ ਰਹੇ ਨੇ ਕਿ ਲੜਕੀਆਂ ਦੀ ਪੋਪੂਲੇਸ਼ਨ ਘਟ ਰਹੀ ਹੈ। ਜਦੋਂ ਲੜਕੀਆਂ ਵਾਲੀ ਡਾਊਰੀ ਮੰਗਣਗੇ ਨਾ ਲੜਕਿਆਂ ਤੋਂ, ਉਦੋਂ ਫਿਰ ਜਦੋਂ ਪਾਸਾ ਪਲਟੇਗਾ ਫਿਰ ਸਾਨੂੰ ਅਹਿਸਾਸ ਹੋਏਗਾ ਅਸੀਂ ਕੀ ਕਰ ਬੈਠੇ। ਐਂਡ ਦਿਸ ਇਜ਼ ਇਨ ਅਫਰੀਕਨ ਸੋਸਾਇਟੀ, ਦ ਮੋਰ ਗਰਲਸ ਯੂ ਹੈਵ ਓਨਾ ਅਮੀਰ ਉਹ ਬਾਪ। ਇੰਨਾ ਖੁਸ਼ ਹੁੰਦੇ ਨੇ ਜਦੋਂ ਲੜਕਾ ਹੁੰਦਾ, ਦੇਣਾ ਪੈਂਦਾ ਆ, ਜਦੋਂ ਲੜਕੀ ਹੁੰਦੀ ਆ ਉਹਨਾਂ ਨੂੰ ਮਿਲਦਾ। I think ਆਪਾਂ ਨੂੰ ਇਹ ਮੈਸੇਜ ਸਾਰੇ ਪਾਸੇ ਭੇਜ ਦਈਏ ਕਿ in time when this changes and it's changing globally, I think ਉਹ ਡਿਮਾਂਡ ਸ਼ੁਰੂ ਹੋਏਗੀ ਤਾਂ ਫਿਰ ਸਾਨੂੰ ਇੱਕ ਠੋਕਰ ਹੋਏਗੀ ਕਿ ਅਸੀਂ ਕੀ ਕਰ ਬੈਠੇ। ਜਿਹੜੀ ਖੁਦਾ ਨੇ ਸਾਡੇ ਵਾਸਤੇ ਇੱਕ ਚੀਜ਼ ਛੁਪਾ ਕੇ ਰੱਖੀ ਸੀਗੀ ਬਾਇਓਲੋਜੀਕਲੀ, ਖੁਸ਼ੀ ਉਦੋਂ ਹੁੰਦੀ ਸੀ ਜਦੋਂ ਬੱਚਾ ਦੇਣਾ, ਹੱਥ ਦੇ ਵਿੱਚ ਡਾਕਟਰ ਨੇ ਕਹਿਣਾ ਇਟਸ ਅ ਬॉय ਔਰ ਅ ਗਰਲ, ਫਿਰ ਪਤਾ ਲੱਗਣਾ ਉਦੋਂ। ਅੱਜ ਕੱਲ ਸਾਡੇ ਬੱਚੇ ਨਾਮ ਵੀ ਪਹਿਲਾਂ ਬਣਾ ਕੇ ਰੱਖ ਲੈਂਦੇ ਨੇ, ਲਿਸਟ, ਘਰ ਨੂੰ ਵੀ ਪੇਂਟ ਕਰਕੇ ਕਮਰੇ ਨੂੰ ਰੱਖ ਲੈਂਦੇ ਨੇ। So they go through this list of names, that's pre-preparation। ਪਰ ਜਿਹੜਾ ਸਰਪ੍ਰਾਈਜ਼ ਸੀਗਾ ਰੱਬ ਨੇ ਰੱਖਿਆ ਹੋਇਆ in a coke solid in a stomach, only may be aware for a doctor ਜਾਂ ਕੋਈ medical condition, ਉਹ ਸਾਰੀ secret ਨਿਕਲ ਗਈ। We are playing with nature, we are defying God, ਔਰ ਰੱਬ ਸਾਡੇ ਤੇ ਉੱਪਰ ਹੋਰ ਸਿੱਟੇਗਾ। You know, we are defying। ਆਪਾਂ ਕਿਸੇ ਦੀ ਮੌਤ ਕਰਦੇ ਆ ਤੇ ਆਪ ਨੂੰ ਮੁੜ ਕੇ ਵਾਪਸ ਕੀ ਮਿਲੇਗਾ? ਇਟਸ ਅ ਕ੍ਰਾਈਮ। ਜੇ ਤੁਸੀਂ ਕਹਿੰਦੇ ਕਿ ਓ ਮਾਈ ਗॉड ਫਲਾਣੇ ਨੇ ਮਰਡਰ ਕੀਤਾ ਔਰ ਤੁਸੀਂ ਸੀਕ੍ਰੇਟ ਅਬੋਰਸ਼ਨ ਕਰਕੇ ਬੈਠੇ ਹੋਏ ਨੇ ਚੁੱਪ ਕਰਕੇ। ਇੱਥੇ ਤੱਕ ਲੁਧਿਆਣੇ ਦੇ ਵਿੱਚ ਆਪਾਂ ਇੱਕ ਡਰਾਈਵਰ ਸੀਗਾ, ਤੇ ਕਈ ਵਾਰੀ ਮੈਂ ਖੁਦ ਸਾਰੀ ਇੰਡੀਆ ਯਾਤਰਾ 'ਚ ਮੈਂ ਆਪੇ ਗੱਡੀ ਚਲਾਉਣੀ ਆ, ਐਸ ਅ ਫੈਕਟ, ਸਾਊਥ ਈਸਟ ਸਾਰੇ ਯਾਤਰਾ ਮੈਂ ਆਪੇ ਗੱਡੀ ਚਲਾਉਣੀ। ਉਹ ਟਾਈਮ ਮੇਰੀ ਗੱਡੀ ਸਰਵਿਸ ਲਈ ਗਈ ਸੀ, ਪਰ ਮੈਂ ਲੁਧਿਆਣੇ ਤੋਂ ਜਾਣਾ ਸੀ ਦਿੱਲੀ, ਔਰ ਉਹ ਇੱਕ ਡਰਾਈਵਰ ਨੂੰ ਮੈਂ ਫੋਨ ਕੀਤਾ, ਅੱਛਾ ਸੀਗਾ ਡਰਾਈਵਰ, ਮੈਨੂੰ ਵਿਸ਼ਵਾਸ ਸੀਗਾ ਉਹਦੇ ਤੇ, ਪਰ ਉਹਨੇ ਮੇਰੇ ਨਾਲ ਫੋਨ ਕੀਤਾ, ਕਹਿੰਦਾ ਮੈਂ ਕੀ ਕਰਾਂ, ਘਰ 'ਚ ਕਲੇਸ਼ ਬੜਾ ਪਿਆ। ਕਹਿੰਦਾ ਮੈਂ 3 ਮਹੀਨੇ ਹੋਏ ਘਰ ਰੋਟੀ ਨਹੀਂ ਖਾਧੀ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਂ ਘਰੋਂ ਤੁਰਨ ਲੱਗਾ ਤੇ ਮੇਰੀ ਵਾਈਫ ਨੇ ਮੈਨੂੰ ਲਿਫਾਫਾ ਫੜਾਇਆ, ਔਰ ਉਹ ਕਹਿੰਦੀ ਕਿ ਜਦੋਂ ਤੁਸੀਂ ਸਤਲੁਜ ਰਿਵਰ ਤੇ ਆਓਗੇ ਨਾ ਇਹ ਲਿਫਾਫੇ ਨੂੰ ਸਿੱਟ ਦਿਓ। ਉਹ ਕਹਿੰਦੇ ਕੋਈ ਪਾਠ ਪੂਜਾ ਕੀਤੀ ਹੋਏਗੀ। 46 ਡਿਗਰੀ ਟੈਂਪਰੇਚਰ ਬਾਹਰ, ਜਦੋਂ ਉਹਨੇ ਲਿਫਾਫਾ ਚੱਕਿਆ ਨਾ, ਥੋੜਾ ਲੇਸੀ ਜਿਹਾ ਸੀਗਾ ਪਾਣੀ, ਪਰ ਉਹਨੇ ਭੜਕਾ ਕੇ ਬਾਹਰ ਮਾਰਿਆ, ਪਰ ਉਹਦਾ ਮਾਈਂਡ ਸੈੱਟ ਨਹੀਂ ਹੋਇਆ। ਦਿੱਲੀ ਉਹਨੇ ਸਵਾਰੀ ਛੱਡਤੀ, ਵਾਪਸ ਲੁਧਿਆਣੇ ਆਇਆ ਤੇ ਉਹਦੀ ਵਾਈਫ ਨੂੰ ਪੁੱਛਿਆ ਲਿਫਾਫੇ 'ਚ ਕੀ ਸੀਗਾ? ਮੈਨੂੰ ਲੱਗਦਾ, ਕਹਿੰਦਾ ਕੋਈ ਸੌਫਟ ਮਾਸ ਸੀਗਾ, ਤੂੰ ਕੋਈ ਜਾਦੂ ਟੂਣਾ ਕਰਕੇ ਮੈਨੂੰ ਦਿੱਤਾ ਹੈ ਕਿ ਮਾਸ ਸਿੱਟ ਦੇ। ਦੱਸ, ਬੜਾ ਕਲੇਸ਼ ਹੋਇਆ। 1 ਦਿਨ 2 ਦਿਨ 4 ਦਿਨ ਦੱਸੇ ਨਾ, ਉਹ ਰੋਟੀ ਖਾਣੋਂ ਹਟ ਗਿਆ ਉਹਦੀ ਹੱਥ ਦੀ। ਫਿਰ ਜਦੋਂ ਉਹਨੇ ਕਹਿਤਾ ਕਿ ਕੁੜੀ ਸੀਗੀ, ਚੌਥੀ ਕੁੜੀ ਹੋਣ ਲੱਗੀ ਸੀ, ਅਬੋਰਟ ਕਰਤੀ, ਉਹ ਉਸੇ ਵੇਲੇ ਘਰੋਂ ਬਾਹਰ ਨਿਕਲ ਗਿਆ। ਉਹਨੇ ਉਹਦੀ ਹੱਥ ਦੀ ਰੋਟੀ ਨਹੀਂ ਖਾਧੀ। ਫਿਰ ਮੈਂ ਉਹਨੂੰ ਸਮਝਾਇਆ ਕਿ ਦੁੱਖ ਆਪਣੇ ਘਰ 'ਚ ਕਲੇਸ਼ ਨਾ ਕਰ, ਤੇਰੀਆਂ 3 ਬੇਟੀਆਂ ਹੈ। ਉਹਨੇ ਸਹੁੰ ਖਾ ਲਈ ਸੀ ਆਪਣੀ ਵਾਈਫ ਨੂੰ, ਕਹਿੰਦਾ ਤੂੰ ਦੇਖੀ ਇਹੀ ਕੁੜੀ ਜਨਮ ਲੈ ਕੇ ਫਿਰ ਇਸ ਘਰ ਆਏਗੀ, ਤੂੰ ਕੁਛ ਵੀ ਕਰ ਲਾ। ਵਾਪਸ ਵਾਕਈ ਕੁੜੀ ਹੋਈ, ਫਿਰ ਮੁੰਡਾ ਹੋਇਆ, ਔਰ ਉਹ ਕੁੜੀ ਹੋਈ, ਉਹ ਘਰ ਦੇ ਵਿੱਚ ਇੰਨੀ ਬਰਕਤ ਆਈ। ਉਹਦੀਆਂ 6 ਗੱਡੀਆਂ ਇਨੋਵਾਸ ਅਪ ਐਂਡ ਡਾਊਨ ਦਿੱਲੀ ਟੂ ਪੰਜਾਬ ਦੌੜ ਰਹੀਆਂ ਸੀ। ਉਹ ਕੁੜੀ ਆਪਣੀ ਕਿਸਮਤ ਲੈ ਕੇ ਆਈ ਨਾਲ। ਹਾਂਜੀ, and that's a true story, and that's happening everywhere।
you know। ਸੋ ਬਹੁਤ ਚੰਗੀ ਗੱਲ ਹੈ ਕਿ ਅਸੀਂ ਆਪਾਂ ਗੱਲਾਂ ਕਰ ਰਹੇ ਹਾਂ। ਆਪਣੀ ਇੰਡੀਅਨ ਸੋਸਾਇਟੀ ਪਰਦੇ ਵਿੱਚ ਰਹਿਣਾ ਬਹੁਤ ਪਸੰਦ ਕਰਦੀ ਹੈ, ਇਹ ਗੱਲਾਂ ਨੂੰ ਖੁੱਲੇ ਚਾਨਣ ਨਾਲ ਦੇਖਣਾ ਨਹੀਂ ਚਾਹੁੰਦੇ। ਡਾਊਰੀ ਸਿਸਟਮ ਦੇਖੋ ਬੰਦ ਕਰਨਾ ਚਾਹੀਦਾ। ਕੋਈ ਵੀ ਲੜਕੇ ਵਾਲੇ ਜੇ ਮੰਗ ਕਰ ਰਹੇ ਨਾ, ਉਹਨਾਂ ਦੇ ਖੁਦ ਦੇ ਵਿੱਚ ਭੁੱਖ ਹੈ, ਕਮਜ਼ੋਰੀ ਹੈ। ਜੇ ਕਿਸੇ ਨੇ ਕੰਨਿਆ ਦਾਨ ਕਰ ਰਹੇ ਨੇ ਔਰ ਬੱਚੀ ਨੂੰ ਯੂਨੀਵਰਸਿਟੀ ਸਟੇਟਸ ਤੱਕ ਲੈਵਲ ਐਜੂਕੇਸ਼ਨ ਦਿੱਤਾ, ਦੇ ਹੈਵ ਗਿਵਨ ਹਰ ਦ ਬੈਸਟ ਪਰਵਿਸ਼। ਪਰ ਜੇ ਤੁਸੀਂ ਮਟੀਰੀਅਲਿਸਟਿਕ ਮਰੂਤੀ ਗੱਡੀ ਮੰਗ ਰਹੇ, ਇੱਕ ਫ੍ਰਿਜ ਮੰਗ ਰਹੇ ਨੇ, ਇੱਕ ਗਹਿਣਾ ਮੰਗ ਰਹੇ ਨੇ ਤੇ ਕਹਿ ਰਹੇ ਨੇ ਆ 12 ਸੂਟ ਹੈਗੇ ਮਿਲਣੀ ਦੇ ਤੇ 4 ਇਹ ਹੈ ਤੇ ਇਹ ਉਹ ਬਿਲਕੁਲ ਗਲਤ ਗੱਲਾਂ ਆ। ਇਹਨਾਂ ਤੋਂ ਆਪਾਂ ਵਿਛੜੀਏ, ਛੁੱਟ ਜਾਓ ਇਹ ਚੀਜ਼ਾਂ ਤੋਂ। ਦੀਜ਼ ਆ ਮਟੀਰੀਅਲਿਸਟਿਕ ਚੀਜ਼ਾਂ। ਜੇ ਤੁਹਾਡੇ ਲੜਕੀ ਔਰ ਲੜਕੀ ਦੇ ਪਿਆਰ ਪੈ ਗਿਆ ਨਾ, ਕਹਿ ਲਓ ਸਭ ਤੋਂ ਨੇਕ ਕਮਾਈ ਤੁਹਾਡੀ ਹੋ ਗਈ ਆ। ਇਹ ਮਟੀਰੀਅਲਿਸਟਿਕ ਚੀਜ਼ਾਂ ਕਈ ਵਾਰੀ ਇਹਦੇ ਵਿੱਚ ਹੀ ਫਿਰ ਹੁੰਦਾ ਕਿ ਬਈ 12,000 ਦਾ ਰਿੰਗ ਸਾਨੂੰ ਵਾਪਸ ਕਰ ਦਿਓ, ਸਾਡਾ ਡਿਮੋਂਟੀ ਰਿੰਗ ਵਾਪਸ ਕਰ ਦਿਓ। ਬਿਲਕੁਲ ਗਲਤ ਗੱਲਾਂ ਆ। ਮਟੀਰੀਅਲਿਸਟਿਕ ਚੀਜ਼ਾਂ ਤੇ ਨਾ ਪਵੋ। ਜਿਹੜਾ ਤੁਹਾਡਾ ਖੂਨ ਹੈ, ਜੇ ਉਹ ਖੁਸ਼ ਹੈ, 2 ਬੱਚਿਆਂ 'ਚ ਪਿਆਰ ਪੈ ਗਿਆ ਨਾ, ਇੱਕ ਜੋਤ 2 ਮੂਰਤੀ, ਕਹਿ ਲਓ ਕਿ ਯੂ ਆਰ ਦੈਨ ਦ ਹੈਪੀਐਸਟ ਪੇਰੈਂਟਸ। ਜਿਸ ਘਰ ਦੇ ਵਿੱਚ ਖੁਸ਼ੀ ਹੋ ਜਾਂਦੀ ਹੈ ਨਾ ਕਿ ਬੱਚੀ ਆਈ ਆ, ਆਪਣੀ ਕਿਸਮਤ ਲੈ ਕੇ ਆ ਰਹੀ ਆ, ਉਹ ਵੀ ਕਮਾਈ ਕਰੇਗੀ ਟਾਈਮ ਪਾ ਕੇ, ਉਹਦੀ ਵੀ ਨੌਕਰੀ ਵਧੇਗੀ, ਉਹਦੀ ਵੀ ਕਮਾਈ, ਉਹਦੀ ਸਟੇਟਸ ਵਧੇਗਾ। ਪਰ ਡੋਂਟ ਆਸਕ ਫॉर ਥਿੰਗਸ। ਡਾਊਰੀ ਸਿਸਟਮ ਨੇ ਇਹ ਡਰ ਪਾਇਆ ਹੋਇਆ ਕਿ ਬੈਟਰ ਸੋ ਅਬੋਰਟ ਕਰ ਲਓ, ਇੱਕ ਕੁੜੀ ਬਹੁਤ ਆ, ਤੇ ਜੇ ਨਾ ਹੋਈ ਕੁੜੀ ਤੇ ਤਾਨੇ ਮੈਨੇ ਮਾਰ ਕੇ ਉਹ ਜਨਾਨੀ ਦਾ ਇੰਨਾ ਲੋ ਕਰ ਦਿੰਦੇ ਸਟੀਮ, ਸੈਲਫ ਐਸਟੀਮ, ਕਿ ਕਈ ਵਾਰੀ ਆਦਮੀ ਹੋਰ ਵਿਆਹ ਵੀ ਕਰ ਲੈਂਦੇ। ਉਹਨਾਂ ਨੂੰ ਡਰ ਹੁੰਦਾ ਕਿ ਇੱਕ ਔਰ ਔਰਤ ਆਏਗੀ ਘਰ ਦੇ ਵਿੱਚ, ਕੀ ਪਤਾ ਕਿ ਉਹ ਲੜਕਾ ਦੇ ਸਕੇਗੀ ਕਿ ਨਹੀਂ, ਇਹ ਵੀ ਨਹੀਂ ਪਤਾ। ਹਾਂਜੀ, ਯੂ نو। ਤਾਂ ਆਪਾਂ ਹੁਣ ਇਹਦਾ ਵੀ ਨਹੀਂ ਆਪਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਕਰਨ ਨਾਲ ਔਰਤ ਦੇ ਨਾਲ ਕੀ ਡੇਂਜਰਸ ਗੱਲਾਂ ਹੋ ਸਕਦੀਆਂ। ਬਿਲਕੁਲ। ਉਹ ਤੁਸੀਂ ਹੋਰ ਇਹਨਾਂ ਦੀ ਗੱਲਾਂ ਵਾਸਤੇ ਦੱਸ ਸਕਦੇ ਹੋ? ਬਹੁਤ ਵਾਰੀ ਹੋ ਰਹੀਆਂ ਨੇ। 1 ਇਨਫੈਕਸ਼ਨ, ਜੇ ਬੈਕਡੋਰ ਅਬੋਰਸ਼ਨਸ, ਚੀਪ ਅਬੋਰਸ਼ਨਸ ਔਰ ਬੈਕਡੋਰ ਅਬੋਰਸ਼ਨਸ ਕਰ ਰਹੇ ਨੇ, ਤੁਹਾਡੀ ਇਨਫੈਕਸ਼ਨ ਹੋ ਸਕਦੀ। ਜੇ ਤੁਸੀਂ ਕੰਟਰੋਲਡ ਕੰਡੀਸ਼ਨਸ ਹਸਪੀਟਲ ਵਿੱਚ ਨਹੀਂ ਕਰਦੇ, ਦੈਨ ਹੋ ਸਕਦਾ ਕਿ ਪਲੇਸੈਂਟਾ ਜਿਹੜਾ ਹੈਗਾ ਥੋੜਾ ਰਹਿ ਸਕਦਾ ਉਹਦੇ ਨਾਲ। ਫਿਰ ਜੇ ਸਕਸ਼ਨ ਨਹੀਂ ਹੋ ਰਹੀ, DNC ਨਹੀਂ ਹੋਏਗਾ, ਇਟ ਕੁਡ ਮੀਨ ਕਿ ਤੁਸੀਂ ਨੈਕਸਟ ਟਾਈਮ ਪ੍ਰੈਗਨੈਂਟ ਵੀ ਨਹੀਂ ਹੋ ਸਕੋਗੇ। ਡੂ ਰਿਮੈਂਬਰ ਦੈਟ। ਖਤਰੇ ਬਹੁਤ ਆ, ਬਿਲਕੁਲ ਬਹੁਤ ਖਤਰੇ ਨੇ। ਐਂਡ ਯੂ ਕੁਡ ਹੈਵ ਇਨਫੈਕਸ਼ਨ ਔਰ ਇੰਟਰਨਲ ਬਲੀਡਿੰਗ, ਜਿਹੜੀ ਤੁਹਾਨੂੰ ਲੱਗਦਾ ਹੈ ਬਿਲਕੁਲ, ਵਿਚ ਕੁਡ ਲੀਡ ਟੂ ਡੈਥ of your own loved one। ਜੇ ਆਦਮੀ ਕਹਿ ਰਿਹਾ ਕਿ ਗਰਾ ਦੇ ਕੁੜੀ, ਜਾਂ ਵਾਈਫ ਖੁਦ ਹੀ ਚੋਰੀ ਕਰਕੇ ਕਰ ਰਹੀ ਹੈ ਕੰਮ, this could be lethal to your own well-being। ਜੇ ਤੁਹਾਡੇ ਕੋਲ ਆਲਰੇਡੀ ਲੜਕੀ ਹੈ, ਫਿਰ ਕਿਹਨੇ ਪਰਵਿਸ਼ ਕਰਨੀ ਤੁਹਾਡੇ ਬੱਚਿਆਂ ਦੀ। ਸੋ ਬੀ ਕੇਅਰਫੁਲ ਪਲੀਜ਼। ਬਹੁਤ ਜ਼ਿਆਦਾ ਫੈਕਟਰਸ ਹੈਗੇ ਨੇ। ਜਿਹੜੀਆਂ ਲੜਕੀਆਂ ਮੇਰੇ ਕੋਲ ਆਉਂਦੀਆਂ ਨੇ ਆਫਟਰ ਅਬੋਰਸ਼ਨਸ ਇਲੀਗਲ, ਔਰ ਮੇਰਾ ਸਕੈਨ ਵੀ ਦੱਸ ਦਿੰਦਾ ਬੇਟੇ ਕਿ ਅਬੋਰਸ਼ਨ ਹੋਈ ਆ। ਇਟ ਟੈਲਸ ਮੀ ਦਿਸ ਅ ਸਕਾਰ ਟਿਸ਼ੂ। ਅਪ ਟੂ ਜਿਹੜੀਆਂ ਜਵਾਨ ਕੁੜੀਆਂ ਜਿਹੜੀਆਂ ਨਹੀਂ ਵਿਆਹੀਆਂ, ਉਹਨਾਂ ਨੇ ਅਬੋਰਸ਼ਨਸ ਕੀਤੀਆਂ, ਉਹ ਵੀ ਕਈ ਵਾਰੀ ਸਕੈਨ ਟਿਸ਼ੂ ਪਤਾ ਲੱਗ ਜਾਂਦਾ, ਦੇਰ ਇਜ਼ ਅ ਸਕਾਰ ਟਿਸ਼ੂ ਇਨ ਦ ਵੂਮ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਸਾਇੰਸ ਕੀ ਹੈ। ਜੇ ਕਿਸੇ ਨੇ ਅਬੋਰਸ਼ਨ ਕੀਤਾ ਹੈ, ਆਪਾਂ ਨੂੰ ਕਹਿੰਦਾ ਪਤਾ ਲੱਗ ਸਕਦਾ ਹੈ ਕਿ ਉਹਨਾਂ ਨੇ ਅਬੋਰਸ਼ਨ ਕੀਤਾ ਹੈ ਜਾਂ ਨਹੀਂ ਕੀਤਾ? ਸਾਇੰਸ ਨਹੀਂ ਹੁੰਦੇ। ਸਾਇੰਸ ਮੇ ਵੀ ਕਮਜ਼ੋਰੀ ਦੇ ਹੋ ਜਾਏਗੇ, ਆਇਰਨ ਲੈਵਲਸ ਲੋ ਹੋ ਜਾਏਗੇ, ਛਾਈਆਂ ਹੋ ਜਾਂਦੀਆਂ, ਹਾਰਮੋਨ ਇੰਬੈਲੈਂਸ ਹੋ ਜਾਂਦਾ ਬਹੁਤ ਜ਼ਿਆਦਾ, ਜਿਹਦੇ ਵਿੱਚ ਈਸਟ੍ਰੋਜਨ ਲੈਵਲ ਵੱਧ ਜਾਂਦਾ ਤੇ ਪ੍ਰੋਜੈਸਟਰੋਨ ਲੈਵਲ ਘੱਟ ਹੋ ਜਾਂਦਾ। ਮਾਹਵਾਰ ਸਾਈਕਲ ਜਿਹੜਾ ਮੰਥਲੀ ਪੀਰੀਅਡ ਆ, ਉਹਦੇ ਵਿੱਚ ਫਰਕ ਪੈ ਸਕਦਾ, which is very important to keep the female balance right। ਜੇ ਉਹ ਨਹੀਂ ਹੋਏਗਾ, she is not ovulating eggs through the ovaries, she cannot have a child। So many signals can come through। so ਜੇ depression ਵੀ ਹੋ ਸਕਦਾ। ਹਾਂਜੀ, most women who go through abortions also get depressed later on। then guilt factor ਆਉਂਦਾ ਸਭ ਤੋਂ ਭੈੜਾ, ਜਿਹੜਾ ਤੁਹਾਨੂੰ ਹਰ ਵੇਲੇ ਤੋੜ ਕੇ ਖਾਏਗਾ ਸੀਕ੍ਰੇਟਲੀ। ਉਹ ਚੀਜ਼ ਖਾਏਗੀ, ਰਾਤ ਨੂੰ ਸੋਏਂਗੇ ਕਿ ਤੁਸੀਂ ਆਪਣੀ ਆਰਾਮ ਦੀ ਨੀਂਦ ਨਾਲ ਸੋ ਰਹੇ, ਪਰ ਤੁਸੀਂ ਸੋਚ ਰਹੇ ਕਿ ਮੈਂ ਇੱਕ ਮਰਡਰ ਕੀਤਾ ਸੀ। ਇੱਕ ਪ੍ਰੋਗਰਾਮ ਦੇਖ ਕੇ ਮੇ ਬੀ ਤੁਹਾਡਾ ਵਿਊ ਚੇਂਜ ਹੋ ਗਿਆ, ਜਿਹੜੀ ਤੁਸੀਂ ਅਬੋਰਸ਼ਨ ਕੀਤੀ ਗਲਤ ਕੀਤੀ। ਇਟ ਵਾਸ ਅ ਬੈਡ ਡਿਸੀਜਨ। ਉਹ ਟਾਈਮ ਮੁੜ ਕੇ ਨਹੀਂ ਆ ਸਕਦਾ, ਬਿਕੋਜ਼ ਰੱਬ ਦੀ ਨਿਗਾਹ ਦੇ ਵਿੱਚ ਤੁਸੀਂ ਸੁਸਾਇਟੀ ਤੋਂ ਚੋਰੀ ਕਰ ਲਈ ਆ, ਆਪਣੇ ਮਾਪਿਆਂ ਤੋਂ ਚੋਰੀ ਕਰ ਲਈ ਆ, ਆਪਣੇ ਸੱਸ ਸਹੁਰਿਆਂ ਤੋਂ ਚੋਰੀ ਕਰ ਲਈ। ਰੱਬ ਦੀ ਨਿਗਾਹ ਦੇ ਵਿੱਚ ਉਹ ਰਜਿਸਟਰ ਹੋ ਗਿਆ। ਇਟਸ ਅ ਮਰਡਰ, ਇਟਸ ਅ ਕ੍ਰਾਈਮ ਐਂਡ ਇਟਸ ਅ ਪਾਪ, ਫੁੱਲ ਸਟਾਪ। ਆਦਮੀ ਪਤਾ ਕਰ ਸਕਦਾ ਹੈ ਕਿ ਉਹਨਾਂ ਦੀ ਬੀਵੀ ਨੇ, ਵਾਈਫ ਨੇ ਇਹ ਕੰਨਿਆ ਭਰੂਣ ਹੱਤਿਆ ਕੀਤਾ ਹੈ, ਜੇ ਉਹ ਮੰਥਲੀ ਸਾਈਕਲ ਉਹਨਾਂ ਦਾ। हाँ, पर बहुत ही शक भी ना करिए बेटे, हो सकता मंथली साइकिल हो रीजन कसते हो सकता, बट इट कुड बी इन्फेक्शन, lethal deadly infection, it could be even a urinary infection, it could be vaginal infections। किन्ने तरह ਦੀਆਂ ਪਸ ਨਿਕਲ ਸਕਦੀ, ਪਾਕ ਨਿਕਲ ਸਕਦੀ ਆ, ਖੂਨ ਨਿਕਲ ਸਕਦਾ, just water
ਡਿਸਚਾਰਜ ਹੋ ਸਕਦਾ, ਇਨਕੌਂਟੀਨੈਂਸ ਹੋ ਸਕਦੀ ਆ, ਡਿਪਰੈਸ਼ਨ, ਡੀਪ ਸੀਟ ਡਿਪਰੈਸ਼ਨ, ਇਮੋਸ਼ਨਲ ਡਿਪਰੈਸ਼ਨ। ਬਟ ਫਿਰ ਵੀ ਆਬਵੀਅਸਲੀ ਹਸਬੈਂਡ ਐਂਡ ਵਾਈਫ ਨੂੰ ਵੀ ਅੱਜ ਕੱਲ੍ਹ ਦੀ ਸੇਫਟੀ ਦੇ ਵਿੱਚ ਕੰਡੋਮਸ ਹੈਗੇ ਨੇ। ਇਫ ਯੂ ਫੀਲ ਕਿ ਤੁਹਾਡੀ ਫੈਮਿਲੀ ਖਤਮ ਹੋ ਗਈ ਆ ਐਂਡ ਯੂ ਹੈਵ ਵਨ ਬॉय ਵਨ ਗਰਲ, ਦੈਨ ਗੋ ਫॉर ਸੇਫਟੀ, ਗੋ ਫॉर ਕੰਟਰਸੈਪਟਿਵ ਪਿਲਸ, ਇਨਸਰਟ ਕਰ ਦਿੰਦੇ ਆ, ਕੈਪਸੂਲ ਇੰਸਰਸ਼ਨ ਹੋ ਜਾਂਦੀ ਜਿਹਦੇ ਨਾਲ ਈਸਟਰਨ ਵੱਧਦਾ। ਆਈ ਐਮ ਅਗੇਂਸਟ ਇਟ। ਜੇ ਤੁਹਾਡੀ ਫੈਮਿਲੀ ਦੇ ਖਤਮ ਹੋ ਗਿਆ, ਦ ਬੈਸਟ ਥਿੰਗ ਫॉर ਅ ਮੈਨ ਇਜ਼ ਵੈਸੈਕਟਮੀ, ਵਿਚ ਇਜ਼ ਦ ਸੇਫੈਸਟ ਆਪਰੇਸ਼ਨ ਕਿ ਆਦਮੀ ਦੇ ਟੈਸਟੀਕਲ ਏਰੀਆ 'ਚ ਗੱਠ ਬੰਨ੍ਹਦੇ ਨੇ। ਦੈਨ ਹਸਬੈਂਡ ਐਂਡ ਵਾਈਫ ਕੈਨ ਹੈਵ ਸੇਫ ਰਿਲੇਸ਼ਨਸ਼ਿਪ, ਜਿਹਦੇ ਵਿੱਚ ਤੁਹਾਨੂੰ ਕਦੀ ਫਿਰ ਅਬੋਰਸ਼ਨ ਬਾਰੇ ਸੋਚਣਾ ਨਹੀਂ ਪਏਗਾ ਕਿ ਯੂ ਹੈਵ ਨਾਓ ਫਿਨਿਸ਼ ਵਿਦ ਯਰ ਫੈਮਿਲੀ। ਬਿਗ ਸੋਸ਼ਲ ਫੈਕਟਰ ਬਹੁਤ ਜ਼ਿਆਦਾ ਮਹਿੰਗਾ ਹੈ ਅੱਜ ਕੱਲ੍ਹ, 2 ਬੱਚੇ ਔਰ 3 ਰੱਖਣੇ financially it's a big burden for parents, because ਇੱਕ ਟਾਈਮ ਹੁੰਦਾ ਸੀ ਤਾਈਆਂ ਚਾਚੀਆਂ ਘਰਾਂ ਵਿੱਚ ਵਿਹੜਿਆਂ ਵਿੱਚ ਬੱਚੇ ਪਲ ਜਾਂਦੇ ਹੁੰਦੇ ਸੀਗੇ ਦਾਲ ਰੋਟੀ ਨਾਲ। ਅੱਜ ਕੱਲ੍ਹ ਬੱਚਿਆਂ ਦੀ ਡਾਇਟ ਹੀ ਬੜਾ ਕੰਪਲੈਕਸ ਹੋ ਗਿਆ, ਪੀਅਰ ਪ੍ਰੈਸ਼ਰ, ਕੱਪੜੇ ਬੜੇ ਮਹਿੰਗੇ ਹੋ ਗਏ ਨੇ। ਕੰਮ ਪਰ ਜਾਣਾ ਪੈਂਦਾ ਮਾਂ ਬਾਪ ਨੂੰ। 6-7 8 ਸਾਲ ਦੇ ਬੱਚੇ ਨੂੰ ਫੋਨ ਚਾਹੀਦਾ ਹੈ ਜੀ, ਤੇ ਉਹਨੂੰ ਕੰਪਿਊਟਰ ਚਾਹੀਦਾ ਹੈ। ਸਾਰੇ ਇਸ਼ੂਜ਼ ਜਿਹੜੇ ਅਸੀਂ ਇੰਨੇ ਕੰਪਲੈਕਸ ਕਰ ਰਹੇ। ਅਸੀਂ 6 ਬੱਚੇ ਹੁੰਦੇ ਸੀ, ਮਮ ਕਹਿੰਦੇ ਅਸੀਂ ਤਾਂ ਬੜੀ ਸੌਖੇ ਬੱਚੇ ਪਾਲੇ, ਆਰਾਮ ਨਾਲ ਤੁਹਾਨੂੰ ਲਾਈਨ 'ਚ ਬਿਠਾ ਦੇਣਾ, ਔਰ ਦਾਲ ਰੋਟੀ ਸਾਦੀ ਹੁੰਦੀ ਸੀ ਤਾਂ ਵੀ ਅਸੀਂ ਕਹਿ ਲਓ ਗੱਭਰੂ ਹੈਗੇ ਨੇ 6 ਫੁੱਟ ਗੋਇੰਗ, ਐਂਡ ਚਿਲਡਰਨ ਆਰ ਆਲ 6'2", 6'3", ਦੇ ਆਰ ਨਾਟ ਲੋਸਟ ਹਾਈਟ, ਐਂਡ ਸਾਦੀ ਖੁਰਾਕ ਹੁੰਦੀ ਸੀਗੀ। ਹੁਣ ਆ ਗਏ ਨੇ ਪੀਜ਼ਾਸ ਐਂਡ ਪਾਸਟਾਸ, ਐਂਡ ਉਹਨੇ ਕਮਜ਼ੋਰ ਸਾਡੀਆਂ ਮਦਰਸ ਹੈਗੀਆਂ ਨੇ, ਔਰ ਕਮਜ਼ੋਰੀ ਕਈ ਵਾਰੀ 2 ਅਬੋਰਸ਼ਨਸ ਤੁਸੀਂ ਜੇ ਕਰ ਰਹੇ ਨੇ, ਯੂ ਵਿਲ ਬਿਕਮ ਵੀਕਰ ਐਂਡ ਵੀਕਰ ਡੇ ਬਾਈ ਡੇ, ਐਂਡ ਇਟ ਵਿਲ ਰਿਫਲੈਕਟ ਔਨ ਯਰ ਮਾਈਂਡ, ਬੋਡੀ ਐਂਡ ਸਪਿਰਿਟ। ਸੋ ਆਪਣੀ ਮਨ ਦੀ ਸ਼ਾਂਤੀ ਹਰਾਮ ਨਾ ਕਰੋ। ਬੀ kind to yourself and kind to the child you're bearing, because ਇੱਕ ਮਾਂ ਨੇ ਇੱਕ ਬੱਚੇ ਨੂੰ ਕੋਖ 'ਚ ਰੱਖਣਾ ਇੱਕ ਬਹੁਤ ਹੀ ਕੰਪਲੈਕਸ ਐਂਡ ਬਿਊਟੀਫੁਲ ਜਰਨੀ ਹੈ, ਸੋ ਬਿਊਟੀਫੁਲ ਐਂਡ ਮੈਜੀਕਲ, ਦੈਟ ਤੁਹਾਡੇ ਮਨ ਸ਼ਾਂਤ ਵਿੱਚ ਹੋਣਾ ਚਾਹੀਦਾ, ਤੁਹਾਡੀ ਖੁਰਾਕ ਅੱਛੀ ਹੋਣੀ ਚਾਹੀਦੀ, ਤੁਹਾਡੀ ਸਿਹਤ ਪਹਿਲੋਂ ਅੱਛੀ ਹੋਣੀ ਚਾਹੀਦੀ ਹੈ। ਤਾਂ ਵੀ ਕਈ ਵਾਰੀ ਜੇ ਵਜਾਈਨਲ ਫਲੂਇਡ ਐਸਿਡ ਹੋਏਗਾ ਨਾ, ਤੇ ਮੇਲ ਦਾ ਸਪਰਮ ਜਿਹੜਾ ਆਦਮੀ ਦਾ ਸਪਰਮ ਹੈ, ਉਹ ਜੇ ਵਜਾਈਨਲ ਫਲੂਇਡ ਉਹਦੇ ਵਿੱਚ ਫਰਕ ਹੋਏਗਾ ਐਸਿਡ ਐਂਡ ਅਲਕਲਾਈਨ, ਜਿਹੜਾ ਬੱਚਾ ਬॉय ਦਾ ਹੋਏਗਾ ਸਪਰਮ, ਉਹ ਪਹਿਲਾਂ ਮਰ ਜਾਏਗਾ ਬਿਫੋਰ ਗੋਇੰਗ ਟੂ ਦ ਐਗ ਟੂ ਕਨਸੀਵ। ਡੂ ਰਿਮੈਂਬਰ ਦੈਟ। ਸੋ ਬੋਥ ਪਾਰਟਨਰਸ ਹੈਵ ਟੂ ਪਲੇ ਅ ਪਾਰਟ। ਤੁਹਾਨੂੰ ਆਖਰੀ ਕੁਐਸਚਨ ਪੁੱਛਣਾ ਸੀਗਾ ਕਿ ਜਿਹੜੇ ਬੁੜੀਆਂ ਘਰੇ ਹੈਗੀਆਂ ਤੇ ਉਹਨਾਂ ਨੂੰ ਉਹਨਾਂ ਦੇ ਆਦਮੀ ਕਹਿੰਦੇ ਆ, ਜਾਂ ਉਹਨਾਂ ਦੀ ਸੱਸ ਸਹੁਰਾ ਕਹਿੰਦੇ ਆ, ਜਾਂ ਉਹਨਾਂ ਦਾ ਪਰਿਵਾਰ ਕਹਿੰਦਾ ਹੈ ਕਿ ਤੁਸੀਂ ਅਬੋਰਸ਼ਨ ਕਰੋ, ਉਹਨਾਂ ਲਈ ਕੌਣ ਸੀ ਸਪੋਰਟ ਸਰਵਿਸਿਜ਼ ਹੈਗੇ ਆ ਉਹਨਾਂ ਦੀ ਮਦਦ ਕਰਨ ਵਾਸਤੇ? ਤੇ Again, this can be done behind secret doors. ਤੁਸੀਂ ਹਸਪੀਟਲ ਜਾ ਕੇ ਗੱਲ ਕਰੋ that you are not willing to abort the child. ਜਿਹੜੀਆਂ ਨਰਸਿਸ ਹੁੰਦੀਆਂ ਨੇ, ਸੋਸ਼ਲ ਵਰਕਰਸ ਘਰ ਆਣ ਕੇ ਸਮਝਾ ਸਕਦੇ ਮਾਂ ਬੋਲੀ ਲੈਂਗੁਏਜ ਵਿੱਚ ਪੇਰੈਂਟਸ ਨੂੰ, ਸੱਸ ਸਹੁਰੇ ਨੂੰ, ਕਿ ਉਹ ਨਹੀਂ ਕਰਨਾ ਚਾਹੀਦਾ, ਕਿ ਨਹੀਂ ਅਬੋਰਟ ਕਰਨਾ ਚਾਹੁੰਦੀ, ਸਮਝਾ ਸਕਦੇ ਨੇ। ਡਰੋ ਨਾ ਕਿ ਸਪੋਜ਼ਿੰਗ ਗਰਲ ਹੈ ਤੇ ਤੁਹਾਨੂੰ ਪਤਾ ਲੱਗ ਗਿਆ, ਦੈਨ ਗੋ ਐਂਡ ਟਾਕ, ਐਕਸਪਲੇਨ ਟੂ ਯਰ ਫੈਮਿਲੀ that ਜੋ ਵੀ ਹੈ ਰੱਬ ਨੇ ਸਾਨੂੰ ਦੇਣਾ। ਪਰ ਅੱਜ ਕੱਲ੍ਹ ਦੇ ਸਮੇਂ 'ਚ ਮਨਜਿੰਦਰ ਸਿੰਘ, ਜੇ ਲੜਕਾ ਲੜਕੀ ਤੁਸੀਂ ਹੈਲਦੀ ਹੈ ਨਾ, ਜਦੋਂ ਜਨਮ ਵੇਲੇ ਹੁੰਦਾ ਹੈ ਔਰ ਬੱਚਾ ਡਿਕਲੇਅਰ ਹੁੰਦਾ ਹੈਲਦੀ, ਕਹਿ ਲਓ ਡਾਕਟਰ ਨੇ ਟੈਸਟ ਕਰ ਲਿਆ, ਸ਼ੁਕਰ ਕਰੋ ਰੱਬ ਦਾ ਕਿ ਦੈਟ ਚਾਈਲਡ ਇਜ਼ ਡਿਜ਼ੀਜ਼ ਫਰੀ ਐਂਡ ਇਲਨੈਸ ਫਰੀ। ਅੱਜ ਕੱਲ੍ਹ ਦੇ ਇੰਨਾ ਡਰ ਲੱਗਦਾ, ਤੁਸੀਂ ਕਦੀ ਮੇਰੇ ਨਾਲ ਚੱਲੋਗੇ ਤੇ ਚਿਲਡਰਨਸ ਹਸਪੀਟਲ, ਤੁਹਾਡੇ ਸਰੀਰ ਤੇ ਲੂਈ ਖੜ ਜਾਏਗੀ ਦੇਖ ਕੇ ਕਿ ਬੱਚੇ ਇੰਨੇ ਬਿਮਾਰ, ਇੰਨੇ ਰੇਅਰ ਇਲਨੈਸਿਸ। ਸਭ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਚਿਲਡਰਨਸ ਹਸਪੀਟਲ ਜਿਹੜੇ ਹੈਗੇ ਨੇ ਲੰਡਨ ਦੇ ਵਿੱਚ, they are running by the Arabs who come there and pay private money for so many disabled children coming into this country for private treatment. So be happy ਕਿ ਤੁਹਾਡੇ ਬੱਚੇ ਦੇ ਹੱਥ ਪੈਰ ਅੱਖ ਨੱਕ ਹਾਰਟ, ਕਈ ਵਾਰੀ ਹਾਰਟ ਵਿੱਚ ਗਲੀ ਵੀ ਹੁੰਦੀ ਹੈ, ਕਈ ਵਾਰੀ ਇਟ ਕੁਡ ਬੀ ਕਿ ਬਾਉਲ ਪ੍ਰੋਬਲਮ ਹੋ ਰਿਹਾ ਆ, ਜਾਂ ਕੋਈ ਇਸ਼ੂਜ਼ ਬਲੱਡ ਕੈਂਸਰ ਹੈ ਬੱਚੇ ਨੂੰ ਜੰਮਦੇ ਨੂੰ। ਸੋ ਮਾਂ ਦੀ ਡਾਇਟ ਬਹੁਤ ਜ਼ਰੂਰੀ, ਮਾਂ ਦੀ ਸੋਚਣੀ ਬੜੀ ਜ਼ਰੂਰੀ ਹੋਣੀ ਚਾਹੀਦੀ। ਈਵਨ 6-9 ਮੰਥਸ ਜੇ ਐਕਸੀਡੈਂਟਲ ਪ੍ਰੈਗਨੈਂਸੀ ਹੋ ਗਈ ਹੈ, ਸਟਿਲ ਡੋਂਟ ਥਿੰਕ ਅਬਾਊਟ ਅਬੋਰਸ਼ਨ, ਪਲੀਜ਼ ਕੈਰੀ ਇਟ ਟੂ ਫੁੱਲ ਟਰਮ। ਸਾਨੂੰ ਤਾਂ ਵਾਹਿਗੁਰੂ ਨੇ ਥਾਲੀ ਤੇ ਨਾਮ ਸਿਮਰਨ ਦਿੱਤਾ। ਮੈਂ ਤੁਹਾਨੂੰ ਇੱਕ ਮੇਰਾ ਜ਼ਿੰਦਗੀ ਦਾ ਬੜਾ ਛੋਟਾ ਜਿਹਾ ਨੁਸਖਾ ਦੱਸਦੀ ਹਾਂ। ਜਦੋਂ ਮੇਰਾ ਛੋਟਾ ਬੇਟਾ ਹੋਣ ਵਾਲਾ ਸੀਗਾ, ਇਟ ਵਾਜ਼ ਲਾਈਕ ਅਨਪਲੈਨਡ, ਬਟ ਵੈਨ ਆਈ ਵੈਂਟ ਟੂ ਮਾਈ ਨੋਰਮਲ GP and I told her ਕਿ ਮੈਂ ਨਾ I think I'm pregnant। ਉਹ ਕਹਿੰਦੀ no Dr. Manjeet, you've been on holiday, ਮੈਨੂੰ ਲੱਗਦਾ it's just wind। ਮੈਂ ਕਿਹਾ look, I know what something is knocking on my stomach। ਦੂਸਰੀ ਵਾਰੀ ਤੀਸਰੀ ਵਾਰੀ, and he was sitting in my back, literally ਮੇਰੇ back 'ਚ, and it was an ectopic pregnancy। He fell into the uterus many months later but kept getting nutrition, and when I had a scan the second time, I still told the doctor ਮੈਨੂੰ ਸੁਪਨਾ ਆਇਆ that ਮੇਰੇ ਬੱਚੇ ਦੇ ਪੈਰਾਂ ਵਿੱਚ ਜਾਂ ਕੁਝ ਉਂਗਲੀਆਂ ਵਿੱਚ ਫਰਕ ਹੈਗਾ ਆ।
ਉਹ ਕਹਿੰਦਾ ਡਾਕਟਰ ਮਨਜੀਤ being a doctor is the most lethal thing that you're thinking so much negative things, it can be very dangerous, go home, it's a boy, go home. मैं it's not the issue boy, पर मेरा ਜਿਹੜਾ ਸੁਪਨਾ ਆਇਆ show me, ਉਹਨੇ ਦਿਖਾਈ digits ਵਗੈਰਾ ਵਗੈਰਾ, so he said they are actually 21 digits, so it's a boy. You know what he meant. I went home, ਪਰ ਮੈਂ ਹਰ ਰੋਜ਼ ਮਨਜਿੰਦਰ ਚੌਪੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ because my mind said something. ਹਾਂਜੀ Yeah, and I knowing that I was a boy, I didn't announce it, but ਚੌਪੀ ਸਾਹਿਬ ਸੁਣਦੀ ਸੀ ਜਾਂ ਕਰਦੀ ਸੀ ਜਾਂ recorded 24 hours. ਉਹ ਬੇਟਾ ਦਾ ਜਦੋਂ ਜਨਮ ਹੋਇਆ ਤੇ ਨਰਸ ਨੇ ਕਿਹਾ ਕਿ ਜਿਹੜਾ ਤੂੰ ਕੱਪੜਾ ਆਪੇ ਸੀਂਦਾ ਨਾ, ਜੇ ਬॉय ਹੈ ਨਾ, I'm going to take your dress. ਮੈਂ ਕਿਹਾ ਠੀਕ ਹੈ ਲੈ ਲਈ. ਜਦੋਂ ਜਨਮ ਹੋਇਆ ਸਾਰੇ ਰੌਲਾ ਪਾ ਰਹੇ, it happened very short time ਦੇ ਵਿੱਚ ਹੀ ਡਿਲੀਵਰੀ ਹੋ ਗਈ. ਉਹ ਕਹਿ ਰਹੀ it's a boy, you're not happy, why you're not happy? ਮੈਂ ਕਿਹਾ ਮੈਨੂੰ ਦਿਖਾ. I checked his fingers. The top fingers are fine. I checked the toes, and he had a double jointed toe ਇੱਥੋਂ. ਅੱਛਾ ਇੱਥੇ cut deep ਨਹੀਂ ਸੀਗਾ. So it finished here. And when the my consultant came, who was for the other 2 children, he said, Dr. Manjeet, congratulations. We knew it was a boy, healthy boy. Checked everything, vitamin K, D test ਕੀਤਾ ਵਗੈਰਾ. ਮੈਂ ਕਿਹਾ just check his toe. ਮੈਂ ਕਿਹਾ mother instinct ਇੰਨੀ strong ਸੀਗੀ ਤੇ ਮੈਨੂੰ ਪਤਾ ਸੀ something's wrong with the digit. ਕੁਛ abnormality ਨਹੀਂ, it's a twin toe. It's not cut deep down. ਇੱਥੋਂ finish ਹੋ ਗਿਆ ਪੈਰ ਦਾ toe. So it gave me a feeling ਕਿ ਮੈਂ ਰੱਬ ਤੇ ਵਿਸ਼ਵਾਸ ਕਰਨਾ ਕਿ my child is going to be healthy. I wasn't rejoicing ਕਿ it's a boy. I rejoiced for a healthy baby. That's what I rejoiced for. So ਵਾਹਿਗੁਰੂ ਜੀ ਕਾ important. ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ. ਫਤਿਹ.